ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਖੀਮਦੈ। ਦੇ ਗੁਨਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਵਦੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸ਼ਾਮਾਂ ਸੰਧਿਆ ਵੇਲੇ ਦੇ ਦੀਵਾਨ ਦੀ ਪ੍ਰਾਰੰਭਤਾ ਹੋ ਰਹੀ ਹੈ। ਪ੍ਰਾਰੰਭਤਾ ਦੇ ਵਿੱਚ ਲੜੀਵਾਰ ਗੁਰੂ ਸ਼ਬਦ ਵਿਚਾਰ ਜੋ ਰੋਜ਼ਾਨਾ ਹੀ ਸਤਿਗੁਰੂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕੀਤੀ ਜਾ ਰਹੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿਚਾਰ ਦੇ ਨਾਲ ਦੀਵਾਨਾਂ ਦੀ ਪ੍ਰਾਰੰਭਤਾ ਹੋ ਰਹੀ ਹੈ। ਤੋ ਕੱਲ ਸ਼੍ਰੀ ਰਾਗ ਕੀ ਵਾਰ ਦੀ ਸੰਪੂਰਨਤਾ ਹੋਈ ਸੀ। ਤੋ ਆਓ ਸਾਧ ਸੰਗਤ ਜੀ ਅੱਜ 22 ਵਾਰਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 22 ਵਾਰਾਂ ਹਨ, ਜਿਨ੍ਹਾਂ ਦੇ ਵਿੱਚੋਂ 20 ਵਾਰਾਂ ਐਸੀਆਂ ਹਨ ਜਿਨ੍ਹਾਂ ਦੇ ਵਿੱਚ ਸ਼ਲੋਕ ਅਤੇ ਪੌੜੀਆਂ ਦੋਵੇਂ ਹੀ ਦਰਜ ਹਨ। ਜਿਵੇਂ ਆਪ ਸੰਗਤ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਹੋ, ਜਿਸ ਦੇ ਵਿੱਚ ਰਾਗੀ ਸਿੰਘ ਸ਼ਲੋਕ ਅਤੇ ਪੌੜੀਆਂ ਪੜ੍ਹਦੇ ਹਨ। ਪਰ 2 ਵਾਰਾਂ ਗੁਰੂ ਗ੍ਰੰਥ ਸਾਹਿਬ 'ਚ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਕੇਵਲ ਤੇ ਕੇਵਲ ਪੌੜੀਆਂ ਹਨ, ਸ਼ਲੋਕ ਨਹੀਂ ਹਨ। ਉਹ 2 ਵਾਰਾਂ ਕਿਹੜੀਆਂ ਹਨ? ਉਹ 2 ਵਾਰਾਂ ਨੇ। ਪਹਿਲੀ ਵਾਰ ਹੈ ਰਾਮਕਲੀ ਰਾਗ ਦੇ ਵਿੱਚ ਰਾਏ ਬਲਵੰਡ ਅਤੇ ਸੱਤਾ ਜੀ ਦੀ ਆਖੀ ਹੋਈ ਉਚਾਰਨ ਕੀਤੀ ਹੋਈ, ਜਿਸ ਦੀਆਂ ਕੇਵਲ 8 ਪੌੜੀਆਂ ਹਨ। ਦੂਸਰੀ ਵਾਰ ਹੈ ਬਸੰਤ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ, ਜਿਸ ਦੀਆਂ ਕੇਵਲ 3 ਪੌੜੀਆਂ ਹਨ। ਸੋ ਆਓ ਅੱਜ ਆਪਾਂ ਭਾਈ ਸੱਤਾ ਜੀ ਅਤੇ ਬਲਵੰਡ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਵਾਰ, ਇਸ ਵਾਰ ਦੇ ਵਿਚਾਰ ਪ੍ਰਾਰੰਭ ਕਰਾਂਗੇ। ਤੋ ਭਾਈ ਸੱਤਾ ਜੀ ਅਤੇ ਬਲਵੰਡ ਜੀ ਕੌਣ ਹੋਏ ਨੇ ਅਤੇ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਦਾਂ ਦਰਜ ਹੋਈ ਹੈ, ਪਹਿਲਾਂ ਆਪਾਂ ਸੰਖੇਪ ਜਿਹਾ ਇਤਿਹਾਸ ਸਾਂਝਾ ਕਰਾਂਗੇ। ਇਸ ਤੋਂ ਉਪਰੰਤ ਫਿਰ ਇਸ ਵਾਰ ਦੀ ਵਿਚਾਰ ਕਰਾਂਗੇ। ਤੋ ਇਹ ਵਾਰ ਜਿਹੜੀ ਹੈ ਇਹ ਕੇਵਲ ਸਿਧਾਂਤਕ ਵਿਆਖਿਆ ਹੀ ਨਹੀਂ, ਗੁਰਬਾਣੀ ਜੋ ਹੈ ਗੁਰੂ ਸਾਹਿਬਾਨ ਜੀ ਦਾ ਸਿਧਾਂਤ ਹੈ, ਸਿੱਖੀ ਦੀ ਵਿਆਖਿਆ, ਗੁਰੂ ਦੀ ਸਿੱਖਿਆ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਪਰ ਇਹਦੇ ਨਾਲ ਨਾਲ ਕੁਝ ਇੱਕ ਸ਼ਬਦ, ਕੁਝ ਇੱਕ ਵਚਨ ਐਸੇ ਆਉਂਦੇ ਆ ਜਿਹੜੇ ਇਤਿਹਾਸਕ ਵਿਆਖਿਆ ਨਾਲ ਦੇ ਰਹੇ ਨੇ। ਭਾਵ ਕਿ ਸਿਧਾਂਤਕ ਵਿਆਖਿਆ ਦੇ ਨਾਲ ਨਾਲ ਇੱਕ ਇਤਿਹਾਸ ਵੀ ਆਪਣੇ 'ਚ ਸਮੋ ਕੇ ਰੱਖਿਆ ਹੋਇਆ। ਤੋ ਇਤਿਹਾਸ ਦੀਆਂ ਬਹੁਤ ਕੀਮਤੀ ਜਾਣਕਾਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚੋਂ ਮਿਲਦੀਆਂ ਨੇ। ਤੋ ਭਾਈ ਸੱਤਾ ਜੀ ਤੇ ਬਲਵੰਡ ਜੀ ਗੁਰੂ ਸਾਹਿਬ ਦੇ ਹਜ਼ੂਰ ਕੀਰਤਨ ਕਰਦੇ ਰਹੇ ਨੇ। ਤੋ ਉਹਨਾਂ ਦਾ ਕਿਹਾ ਹੋਇਆ ਇੱਕ ਇੱਕ ਵਚਨ, ਇੱਕ ਇੱਕ ਅੱਖਰ ਸਾਨੂੰ ਉਸ ਵੇਲੇ ਉਹ ਕੇਵਲ ਗੁਰਬਾਣੀ ਦੇ ਅਰਥ ਨਹੀਂ ਬਲਕਿ ਇਹ ਉਸ ਵੇਲੇ ਦੇ ਇਤਿਹਾਸ ਵਿੱਚ ਵੀ ਲੈ ਜਾਂਦਾ। ਸੋ ਆਓ ਜਿੰਨੇ ਕੁ ਦਿਨ ਹਨ ਐਤਵਾਰ ਤੱਕ ਆਪਾਂ ਕੋਸ਼ਿਸ਼ ਕਰਾਂਗੇ ਇਸ ਵਾਰ ਦੀ ਸੰਪੂਰਨਤਾ ਕਰੀਏ। ਸੋ ਵਿਚਾਰ ਦੀ ਪ੍ਰਾਰੰਭਤਾ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਪਣੇ ਆਪਣੇ ਪਰਿਵਾਰ ਅਤੇ ਸਰਬੱਤ ਜੀਵ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਖੀਮਦੈ। ਦੇ ਗੁਨਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਵਦੈ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਖੀਮਦੈ। ਦੇ ਗੁਨਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਵਦੈ। ਤੋ ਇਸ ਵਾਰ ਦੇ ਵਿੱਚ ਸ਼ੁਰੂਆਤ ਵਿੱਚ ਜੋ ਗੁਰੂ ਸਾਹਿਬ ਜੀ ਨੇ ਸਰਲੇਖ ਲਿਖਿਆ ਹੈ, ਪਹਿਲਾਂ ਇਸ ਦੀ ਵਿਚਾਰ ਕਰੀਏ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ।
ਰਾਮਕਲੀ ਕੀ ਵਾਰ ਮਤਲਬ ਰਾਮਕਲੀ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਵਾਰ। ਜਿਹੜੇ ਵੀ ਰਾਗ ਵਿੱਚ ਗੁਰੂ ਸਾਹਿਬਾਨ ਜੀ ਨੇ ਜਾਂ ਗੁਰੂ ਕੇ ਸਿੱਖਾਂ ਨੇ ਵਾਰਾਂ ਉਚਾਰਨ ਕੀਤੀਆਂ, ਉਸ ਵਾਰ ਨੂੰ ਉਸੇ ਹੀ ਰਾਗ ਦਾ ਨਾਮ ਦੇ ਦਿੱਤਾ ਹੈ। ਜਿਵੇਂ ਆਸਾ ਰਾਗ 'ਚ ਵਾਰ ਉਚਾਰਨ ਕੀਤੀ ਆਸਾ ਕੀ ਵਾਰ, ਸ਼੍ਰੀ ਰਾਗ 'ਚ ਵਾਰ ਉਚਾਰਨ ਕੀਤੀ ਸ਼੍ਰੀ ਰਾਗ ਕੀ ਵਾਰ, ਇੱਦਾਂ ਹੀ ਰਾਮਕਲੀ ਰਾਗ ਦੇ ਵਿੱਚ ਉਚਾਰਨ ਹੋਣ ਕਰਕੇ ਇਸ ਵਾਰ ਦਾ ਨਾਮ ਹੈ ਰਾਮਕਲੀ ਕੀ ਵਾਰ। ਤੋ ਰਾਮਕਲੀ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕੁੱਲ 31 ਰਾਗ ਨੇ। 31 ਰਾਗਾਂ ਦੇ ਵਿੱਚ 18ਵੇਂ ਨੰਬਰ ਦੇ ਉੱਪਰ ਰਾਮਕਲੀ ਰਾਗ ਗਿਣਤੀ ਦੇ ਮੁਤਾਬਕ ਆਉਂਦਾ ਹੈ। ਤੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗਾਂ ਦੀ ਗਿਣਤੀ ਅਨੁਸਾਰ 18 ਨੰਬਰ ਰਾਗ ਰਾਮਕਲੀ ਰਾਗ ਦੇ ਵਿੱਚ ਇਹ ਵਾਰ ਉਚਾਰਨ ਕੀਤੀ ਹੋਈ ਹੈ। ਉਚਾਰਨ ਕਿਸ ਨੇ ਕੀਤੀ ਹੈ? ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਰਾਏ ਸ਼ਬਦ ਸਤਕਾਰ ਦੇ ਲਈ ਵਰਤਿਆ ਜਾਂਦਾ ਹੈ, ਜਿਹਦੇ ਲਈ ਜਿਹਦਾ ਅਰਥ ਕਈ ਜਗ੍ਹਾ ਰਾਜਾ ਵੀ ਆ ਜਾਂਦਾ ਹੈ, ਕਈ ਜਗ੍ਹਾ ਮੁਖੀ ਵੀ ਆ ਜਾਂਦਾ ਹੈ। ਰਾਏ ਬਲਵੰਡ ਜੀ ਅਤੇ ਸੱਤਾ ਜੀ ਨੇ ਆਖੀ ਹੈ। ਸੱਤੈ ਦੁਲਾਵਾਂ ਦੇ ਨਾਲ ਉਚਾਰਨ ਕਰਾਂਗੇ। ਡੂਮ ਡੂਮਾ ਨੇ ਇਹ ਆਖੀ ਹੈ। ਆਖੀ ਦਾ ਮਤਲਬ ਕਹੀ ਹੈ, ਉਚਾਰਨ ਕੀਤੀ ਹੈ। ਤੋ ਡੂਮ ਜਾਂ ਮਰਾਸੀ ਇੱਕ ਜਾਤੀ ਦਾ ਸ਼੍ਰੇਣੀ ਦਾ ਨਾਮ ਹੈ, ਜਿਨ੍ਹਾਂ ਦੇ ਵਿੱਚ ਗਾਉਣਾ ਵਜਾਉਣਾ ਰਾਗ ਦੀ ਮਹਾਰਤ ਇਹ ਪੀੜ੍ਹੀ ਦਰ ਪੀੜ੍ਹੀ ਚੱਲਦੀ ਆਉਂਦੀ ਹੈ ਤੇ ਬਹੁਤ ਜ਼ਿਆਦਾ ਗਾਉਣ ਦੇ ਵਿੱਚ ਇਹਨਾਂ ਦੀ ਪਰਫੈਕਸ਼ਨ ਹੁੰਦੀ ਹੈ। ਬਹੁਤ ਜ਼ਿਆਦਾ ਅੱਛਾ ਗਾਉਂਦੇ ਹਨ, ਸੰਗੀਤਕਾਰ ਹੁੰਦੇ ਹਨ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਰੱਖਿਆ, ਜੋ ਕਿ ਆਪਣੇ ਸਮੇਂ ਦੇ ਐਸੇ ਰਾਗ ਦੇ ਧਨੀ ਸਨ ਕਿ ਉਹਨਾਂ ਵਰਗਾ ਕੋਈ ਵੀ ਨਹੀਂ ਸੀ ਉਸ ਵੇਲੇ। ਤੋ ਹੁਣ ਇਸੇ ਹੀ ਤਰ੍ਹਾਂ ਭਾਈ ਸੱਤਾ ਜੀ ਤੇ ਬਲਵੰਡ ਜੀ ਹੋਏ ਨੇ। ਭਾਈ ਸੱਤਾ ਜੀ ਬਲਵੰਡ ਜੀ ਕੌਣ ਹੋਏ ਨੇ? ਸਵਾਲ ਇਹ ਪੈਦਾ ਹੁੰਦਾ। ਭਾਈ ਸੱਤਾ ਜੀ ਬਲਵੰਡ ਜੀ ਕਿਸ ਵੇਲੇ ਹੋਏ ਨੇ? ਇਹ ਵੀ ਸਵਾਲ ਪੈਦਾ ਹੁੰਦਾ, ਕਿਉਂਕਿ ਜਦੋਂ ਇਤਿਹਾਸ ਦੇ ਗ੍ਰੰਥ ਪੜ੍ਹਦੇ ਆ ਨਾ, ਕਈ ਵੱਖਰੀਆਂ ਵੱਖਰੀਆਂ ਜਾਣਕਾਰੀਆਂ ਮਿਲਦੀਆਂ ਨੇ। ਜਦੋਂ ਕਿਸੇ ਟੀਕੇ ਨੂੰ ਪੜ੍ਹਦੇ ਆ ਤੇ ਕਈ ਜਗ੍ਹਾ ਇਸ ਤਰ੍ਹਾਂ ਜ਼ਿਕਰ ਆ ਜਾਂਦਾ ਕਿ ਭਾਈ ਸੱਤਾ ਜੀ ਬਲਵੰਡ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਵੇਲੇ ਹੋਏ ਹਨ। ਖਾਸ ਤੌਰ ਤੇ ਪ੍ਰੋਫੈਸਰ ਮੈਕਾਲਿਫ ਨੇ ਜਦੋਂ ਸਿੱਖ ਇਤਿਹਾਸ ਲਿਖਿਆ ਤਾਂ ਉਹਨਾਂ ਨੇ ਇਸ ਗੱਲ ਤੇ ਬੜਾ ਜ਼ੋਰ ਦਿੱਤਾ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਹੋਏ ਹਨ। ਤੇ ਉਹਨਾਂ ਨੇ ਆਪਣੀ ਗੱਲ ਨੂੰ ਦੱਸਣ ਲਈ ਉਸ ਵੇਲੇ ਦੇ ਜਿਹੜੇ ਗਿਆਨੀ ਸਿੰਘ ਸਨ ਉਹਨਾਂ ਦੇ ਵੀ ਇੱਕ ਦੋ ਦੇ ਹਵਾਲੇ ਦਿੱਤੇ ਆ ਕਿ ਮੈਂ ਗਿਆਨੀ ਸਿੰਘਾਂ ਨੂੰ ਪੁੱਛਿਆ ਤੇ ਇਹਨਾਂ ਨੇ ਦੱਸਿਆ ਕਿ ਗੁਰੂ ਅੰਗਦ ਸਾਹਿਬ ਦੇ ਵੇਲੇ ਹੋਏ ਨੇ। ਤੇ ਫਿਰ ਕਾਰਨ ਕੀ ਸੀ, ਕਿਸ ਤਰ੍ਹਾਂ ਦਾ ਗੁਰੂ ਘਰ ਨਾਲ ਸੰਬੰਧ ਸੀ? ਕਈ ਜਗ੍ਹਾ ਦੇ ਉੱਪਰ ਇਹ ਵੀ ਲਿਖਿਆ ਕਿ ਭਾਈ ਮਰਦਾਨਾ ਜੀ ਦੇ ਪਰਿਵਾਰ ਚੋਂ ਅੰਸ਼ ਵਿੱਚੋਂ ਸਨ। ਤਾਂ ਇੱਥੇ ਸਭ ਤੋਂ ਪਹਿਲਾਂ ਮੈਂ ਗੱਲ ਸਪਸ਼ਟ ਕਰ ਦਿਆਂ, ਭਾਈ ਸੱਤਾ ਜੀ, ਭਾਈ ਬਲਵੰਡ ਜੀ, ਭਾਈ ਮਰਦਾਨਾ ਜੀ ਦੇ ਪਰਿਵਾਰ ਵਿੱਚੋਂ ਨਹੀਂ ਸਨ। ਜਾਤੀ ਕਰਕੇ ਡੂਮ ਸਨ, ਮਰਾਸੀ ਸਨ, ਪਰ ਇਹਨਾਂ ਦਾ ਪਰਿਵਾਰ ਜਿਹੜਾ ਸੀ ਵੱਖਰਾ ਸੀ। ਭਾਈ ਮਰਦਾਨਾ ਜੀ ਦਾ ਪਰਿਵਾਰ ਵੱਖਰਾ ਸੀ। ਭਾਈ ਮਰਦਾਨਾ ਜੀ ਦੇ ਪਰਿਵਾਰ ਦੇ ਵਿੱਚੋਂ ਸ਼ਹਿਜ਼ਾਦਾ ਰਾਜਾਦਾ ਜੀ ਗੁਰੂ ਅੰਗਦ ਸਾਹਿਬ ਦੇ ਵੇਲੇ ਵੀ ਕੀਰਤਨ ਕਰਦੇ ਰਹੇ ਆ। ਪਰ ਉਸ ਤੋਂ ਬਾਅਦ ਵਿੱਚ ਕਈ ਹੋਰ ਪਰਿਵਾਰ ਜਿਹੜੇ ਇਹ ਜਾਤੀ ਨਾਲ ਸੰਬੰਧਿਤ ਸੀ, ਅੱਛਾ ਗਾ ਲੈਂਦੇ ਸੀ, ਉਹ ਗੁਰੂ ਸਾਹਿਬ ਕੋਲੇ ਆਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਜੁੜੇ ਤਾਂ ਉਹ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਉਣ ਲੱਗ ਪਏ ਸਨ। ਰਬਾਬ ਨਾਲ ਕੀਰਤਨ ਕਰਦੇ ਸੀ, ਇਸ ਕਰਕੇ ਉਹਨਾਂ ਨੂੰ ਕਹਿੰਦੇ ਸੀ ਰਬਾਬੀ। ਤੋ ਇਹ ਵੱਖਰੇ ਪਰਿਵਾਰ ਦੇ ਵਿੱਚੋਂ ਸਨ। ਭਾਈ ਮਰਦਾਨਾ ਜੀ ਦੀ ਅੰਸ਼ ਵੰਸ਼ ਵਿੱਚੋਂ ਇਹ ਨਹੀਂ ਸਨ। ਪਰ ਹਾਂ, ਜਿੰਨੇ ਵੀ ਕੀਰਤਨ ਕਰਨ ਵਾਲੇ ਜਾਂ ਰਬਾਬੀ ਹੋਏ ਨੇ ਉਹ ਆਪਣੇ ਆਪ ਨੂੰ ਮਰਦਾਨੇ ਕੇ ਕਹਾ ਕੇ ਖੁਸ਼ ਹੁੰਦੇ ਹਨ। ਕਿਉਂਕਿ ਭਾਈ ਮਰਦਾਨਾ ਜੀ ਨੇ ਇਹਨਾਂ ਦੇ ਪਰਿਵਾਰਾਂ ਨੂੰ, ਇਸ ਸ਼੍ਰੇਣੀ ਨੂੰ ਗੁਰੂ ਘਰ ਨਾਲ ਜੋੜਿਆ ਸੀ ਤੇ ਇਹਨਾਂ ਦਾ ਵਡੇਰਾ ਮੰਨਿਆ ਜਾਂਦਾ। ਜਿਵੇਂ ਗ੍ਰੰਥੀ ਸਿੰਘ ਜਿਹੜੇ ਹੁੰਦੇ ਹਨ, ਉਹਨਾਂ ਦੀ ਗੱਲ ਜਦੋਂ ਆਪਾਂ ਕਰਦੇ ਹਾਂ ਬਾਬਾ ਬੁੱਢਾ ਜੀ ਤੱਕ ਲੈ ਕੇ ਜਾਂਦੇ ਹਾਂ, ਕਿਉਂਕਿ ਬਾਬਾ ਬੁੱਢਾ ਜੀ ਤੋਂ ਇਹ ਗ੍ਰੰਥੀ ਦੀ ਪਦਵੀ ਆਰੰਭ ਹੁੰਦੀ ਹੈ। ਤੋ ਇਸ ਤਰ੍ਹਾਂ ਹੀ ਇਹ ਪਦਵੀ ਆਰੰਭ ਹੋਣ ਕਰਕੇ ਸਾਰੇ ਰਬਾਬੀ ਮਰਦਾਨੇ ਕੇ ਕਹਾਉਂਦੇ ਹਨ। ਪਰ ਜੇ ਪਰਿਵਾਰਕ ਤੌਰ ਤੇ ਦੇਖੀਏ ਜਾਂ ਉਸ ਤਰੀਕੇ ਨਾਲ ਇਹ ਭਾਈ ਮਰਦਾਨਾ ਜੀ ਦੇ ਪਰਿਵਾਰ ਦੇ ਵਿੱਚੋਂ ਨਹੀਂ ਸਨ। ਉਹਦਾ ਕਾਰਨ ਹੈ ਜਿਸ ਤਰ੍ਹਾਂ ਇੱਕ ਪਰਿਵਾਰ 'ਚ ਕਈ ਗੋਤ ਚੱਲਦੇ ਆਉਂਦੇ, ਪਿਛਲੇ ਗੋਤ ਜਾਤ ਚੱਲਦੀ ਆਉਂਦੀ ਹੈ ਨਾ। ਜਾਤ ਇੱਕ ਹੁੰਦੀ ਹੈ ਪਰ ਇੱਕ ਜਾਤ 'ਚ ਕਈ ਗੋਤ ਹੁੰਦੇ ਹਨ। ਤੋ ਇਦਾਂ ਭਾਈ ਮਰਦਾਨਾ ਜੀ ਦਾ ਜਿਹੜਾ ਗੋਤ ਸੀ ਚੌਬੜ ਗੋਤ ਸੀ, ਚੌਬੜ, ਤੇ ਇਹਨਾਂ ਦਾ ਗੋਤ ਸੀਗਾ ਮੋਖੜ। ਤੋ ਇਸ ਤਰ੍ਹਾਂ ਵੱਖਰਾ ਗੋਤ ਹੋਣ ਕਰਕੇ ਦੱਸਦਾ ਬੇਸ਼ੱਕ ਦੀ ਡੂਮ ਸਨ, ਪਰ ਇਹਨਾਂ ਦਾ ਗੋਤ ਇਹ ਗੱਲ ਦੱਸਦਾ ਹੈ ਕਿ ਇੱਕ ਵੱਖਰੇ ਪਰਿਵਾਰ 'ਚੋਂ ਸਨ। ਤੋ ਇਸ ਤਰ੍ਹਾਂ ਕਈ ਵਾਰੀ ਮਜਬੂਰੀ ਵਸ ਆਪਾਂ ਨੂੰ ਜਾਤ ਪਾਤ ਦੀ ਗੱਲ ਵੀ ਕਰਨੀ ਪੈਂਦੀ ਹੈ, ਜੋ ਕਿ ਭਾਰਤ ਵਿੱਚ ਚੱਲਦਾ ਆ। ਪਰ ਗੁਰੂ ਸਾਹਿਬਾਨ ਜੀ ਨੇ ਜਾਤ ਪਾਤ ਦੇ ਨਾਂ ਤੇ ਕਿਸੇ ਮਨੁੱਖ ਨੂੰ ਵੰਡ ਕੇ ਕੋਈ ਵਿਤਕਰਾ ਨਹੀਂ ਕੀਤਾ ਹੈ। ਇਹ ਗੱਲ ਯਾਦ ਰੱਖਣ ਵਾਲੀ ਹੈ। ਸਾਮਹਿ ਜੋਤ ਜੋਤ ਹੈ ਸੋਏ ਦਾ ਉਪਦੇਸ਼ ਕੀਤਾ ਹੈ। ਤੋ ਇਹ ਸਮਝਣ ਲਈ
ਕਈ ਵਾਰੀ ਇਤਿਹਾਸਕ ਤੌਰ ਤੇ ਆਪਾਂ ਨੂੰ ਕੁਝ ਇੱਕ ਪੱਖ ਹੋਰ ਦੇਖਣੇ ਪੈਂਦੇ ਆ। ਤੋ ਹੁਣ ਇਹ ਕਿਹੜੇ ਗੁਰੂ ਸਾਹਿਬ ਜੀ ਵੇਲੇ ਹੋਏ? ਭਾਈ ਮਰਦਾਨਾ ਜੀ ਤੋਂ ਬਾਅਦ ਉਹਨਾਂ ਦੇ ਬੇਟੇ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ ਕੀਰਤਨ ਕਰਦੇ ਸੀ। ਤੋ ਭਾਈ ਸੱਤਾ ਜੀ ਤੇ ਬਲਵੰਡ ਜੀ ਗੋਇੰਦਵਾਲ ਸਾਹਿਬ, ਵਾਹਿਗੁਰੂ ਜੀ ਖਡੂਰ ਸਾਹਿਬ ਰਹਿੰਦੇ ਸੀ। ਜਦੋਂ ਇਹਨਾਂ ਨੇ ਦੇਖਿਆ ਵੀ ਸਾਡੇ ਪਰਿਵਾਰਾਂ ਨੂੰ, ਜਿਨ੍ਹਾਂ ਨੂੰ ਡੂਮ ਮਰਾਸੀ ਕਹਿ ਕੇ ਭੰਡਿਆ ਜਾਂਦਾ ਸੀ, ਪਰ ਗੁਰੂ ਘਰ ਦੇ ਵਿੱਚ ਕੀਰਤਨ ਦੀ ਸੇਵਾ ਮਿਲਣ ਕਰਕੇ ਉਹਨਾਂ ਦਾ ਸੰਗਤ ਬਹੁਤ ਸਤਿਕਾਰ ਕਰਦੀ ਹੈ, ਸੰਗਤ ਮਾਇਆ ਨਾਲ ਵੀ ਸਤਿਕਾਰ ਕਰਦੀ ਹੈ, ਤਾਂ ਇਹਨਾਂ ਦੇ ਮਨ 'ਚ ਚਾਅ ਪੈਦਾ ਹੋਇਆ ਵੀ ਕਿਉਂ ਨਾ ਅਸੀਂ ਆਪਣੀ ਇਸ ਕਲਾ ਨੂੰ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸੇਵਾ ਨਿਭਾਈਏ, ਲੋਕ ਵੀ ਸੁਖੀ ਹੋਵੇ, ਪਰਲੋਕ ਵੀ ਸਹਿਲਾ ਹੋਵੇ। ਖਡੂਰ ਸਾਹਿਬ ਇਹ ਰਹਿੰਦੇ ਸੀ ਤਾਂ ਇਹਨਾਂ ਨੇ ਬਚਪਨ ਤੋਂ ਗੁਰੂ ਅੰਗਦ ਸਾਹਿਬ ਦੇ ਦੇਖਿਆ ਜਦੋਂ, ਤਾਂ ਉਸ ਵੇਲੇ ਲਗਨ ਲੱਗੀ। ਜਦੋਂ ਇਹ ਜਵਾਨ ਹੋਏ, ਗਾਉਣ ਵਜਾਉਣ ਦਾ ਕੰਮ ਪਰਿਵਾਰ ਦਾ ਕੀਤਾ ਹੈ ਹੀ ਸੀ, ਤਾਂ ਇਹ ਚੌਥੇ ਤੇ ਪੰਜਵੇਂ ਪਾਤਸ਼ਾਹ ਦੇ ਵੇਲੇ ਫਿਰ ਗੁਰੂ ਦਰਬਾਰ 'ਚ ਆਏ ਨੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ, ਤਾਂ ਉਸ ਵੇਲੇ ਤੱਕ ਇਹ ਗੁਰੂ ਦਰਬਾਰ ਦਾ ਹਿੱਸਾ ਬਣ ਚੁੱਕੇ ਸਨ, ਸੰਗਤਾਂ 'ਚ ਪਿਆਰ ਬਣ ਚੁੱਕਿਆ ਸੀ। ਤੇ ਅੰਮ੍ਰਿਤਸਰ, ਜਿਸ ਨੂੰ ਚੱਕ ਰਾਮਦਾਸਪੁਰ ਵੀ ਕਹਿੰਦੇ ਸਨ, ਉੱਥੇ ਇਹਨਾਂ ਦਾ ਨਿਵਾਸ ਸੀ। ਹੁਣ ਭਾਈ ਸੱਤਾ ਜੀ ਤੇ ਬਲਵੰਡ ਜੀ ਦੇ ਜੀਵਨ ਦੀ ਇੱਕ ਘਟਨਾ ਬੜੀ ਪ੍ਰਸਿੱਧ ਹੈ ਕਿ ਗੁਰੂ ਤੋਂ ਬੇਮੁਖ ਹੋ ਗਏ ਸੀ। ਗੁਰੂ ਤੋਂ ਬੇਮੁਖ ਹੋ ਕੇ ਗੁਰੂ ਦੀ ਨਿੰਦਿਆ ਕਰ ਬੈਠੇ ਤੇ ਗੁਰੂ ਤੋਂ ਟੁੱਟ ਗਏ ਸਨ, ਪਰ ਫਿਰ ਇਹ ਗੁਰੂ ਘਰ ਦੇ ਨਾਲ ਜੁੜੇ। ਉਹ ਘਟਨਾ ਕੀ ਹੈ, ਸਾਖੀ ਕੀ ਹੈ, ਮੈਂ ਸੰਖੇਪ ਵਿੱਚ ਸਾਂਝੀ ਕਰਾਂ ਕਿ ਕਿਸ ਵੇਲੇ ਇਹ ਘਟਨਾ ਵਾਪਰੀ। ਭਾਈ ਸੱਤਾ ਜੀ ਅਤੇ ਬਲਵੰਡ ਜੀ ਜਦੋਂ ਜਵਾਨ ਹੋਏ, ਤਕੜੇ ਹੋ ਗਏ, ਗੁਰੂ ਘਰ ਦੇ ਨਾਲ ਇਹਨਾਂ ਦੀ ਸਾਂਝ ਬਣੀ ਰਹੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵੇਲੇ ਤੱਕ ਇਹਨਾਂ ਦੇ ਬੱਚੇ ਵੀ ਵੱਡੇ ਵਿਆਹੁਣਯੋਗ ਹੋ ਗਏ ਸਨ। ਉਸ ਵੇਲੇ ਬੱਚਿਆਂ ਦਾ ਵਿਆਹ ਵੀ ਕੋਈ ਜ਼ਿਆਦਾ ਵੱਡੀ ਉਮਰ 'ਚ ਨਹੀਂ ਸੀ, ਠੀਕ ਜੀ ਉਮਰ 'ਚ ਕਰ ਦਿੱਤਾ ਜਾਂਦਾ ਸੀ। ਤੋ ਭਾਈ ਸੱਤਾ ਜੀ ਦੀ ਲੜਕੀ ਦਾ ਵਿਆਹ ਸੀ। ਇਹ ਵੀ ਇਤਿਹਾਸ ਵਿੱਚ ਇੱਕ ਬਹੁਤ ਜ਼ਿਆਦਾ ਉਲਝਣ ਵਾਲੀ ਗੱਲ ਹੈ। ਕਿਤੇ ਕਹਿੰਦੇ ਨੇ ਬਲਵੰਡ ਜੀ ਦੀ ਲੜਕੀ ਦਾ ਵਿਆਹ ਸੀ, ਕਿਤੇ ਕਹਿੰਦੇ ਨੇ ਸੱਤਾ ਜੀ ਦਾ। ਪਰ ਇਤਿਹਾਸਕ ਪ੍ਰਮਾਣ ਜਿਹੜਾ ਹੈ, ਜੋ ਆਪਾਂ ਅੱਗੇ ਜਾ ਕੇ ਵਿਚਾਰਦੇ ਜਾਵਾਂਗੇ, ਉਹ ਤੋਂ ਪਤਾ ਲੱਗੇਗਾ ਕਿ ਭਾਈ ਸੱਤਾ ਜੀ ਦੀ ਬੇਟੀ ਦਾ ਵਿਆਹ ਸੀ। ਭਾਈ ਸੱਤਾ ਜੀ ਤੇ ਬਲਵੰਡ ਨੇ ਗੁਰੂ ਅਰਜਨ ਸਾਹਿਬ ਕੋਲ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਕੋਈ ਮਾਇਆ ਦੀ ਮਦਦ ਕਰੋ, ਕਿਉਂਕਿ ਅਸੀਂ ਤਾਂ ਇੱਥੇ ਸੇਵਾ ਨਿਭਾਉਂਦੇ ਆਪ ਜੀ ਦੇ ਚਰਨਾਂ 'ਚ, ਤੋ ਇਸ ਕਰਕੇ ਸਾਡੀ ਮਦਦ ਕਰੋ, ਬੱਚੀ ਦਾ, ਬੇਟੀ ਦਾ ਵਿਆਹ ਹੈ। ਗੁਰੂ ਘਰ ਦੇ ਲਈ ਇਹ ਕੋਈ ਵੱਡਾ ਕੰਮ ਨਹੀਂ ਸੀ, ਪਰ ਉਸ ਵੇਲੇ ਕਿਹੋ ਜਿਹੇ ਹਾਲਾਤ ਸੀਗੇ ਤੇ ਕਿਹੜੀ ਸੰਨ 'ਚ ਵਿਆਹ ਸੀ, ਇਹ ਆਪਾਂ ਜਦੋਂ ਉਹ ਸਾਰਾ ਮਾਹੌਲ ਦੇਖਦੇ ਹਾਂ ਤੇ ਕੁਝ ਇੱਕ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ। ਸੰਨ 1581 ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਜੋਤੀ ਜੋਤ ਸਮਾਉਂਦੇ ਨੇ ਤੇ ਗੁਰੂ ਸਾਹਿਬ ਜੀ ਗੁਰਤਾ ਗੱਦੀ ਦੀ ਦਾਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕਰ ਦਿੰਦੇ ਆ। ਗੁਰੂ ਅਰਜਨ ਸਾਹਿਬ ਤੋਂ ਵੱਡਾ ਭਰਾ ਹੈ ਪ੍ਰਿਥੀ ਚੰਦ, ਜਿਹੜਾ ਈਰਖਾ ਕਰਦਾ ਗੁਰੂ ਸਾਹਿਬ ਨਾਲ, ਤੇ ਉਹ ਨਹੀਂ ਚਾਹੁੰਦਾ ਕਿ ਗੁਰਤਾ ਗੱਦੀ ਮੇਰੇ ਛੋਟੇ ਭਰਾ ਨੂੰ ਮਿਲੇ। ਉਹਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੰਬੰਧ 'ਚ ਜਿੱਦਣ ਅੰਤਮ ਅਰਦਾਸ ਸਮਾਗਮ ਸੀ, ਰੌਲਾ ਪਾ ਲਿਆ, ਕਿਉਂਕਿ ਇਹ ਇੱਕ ਆਪਣਾ ਸੱਭਿਆਚਾਰ ਆ ਵੀ ਅੱਗੇ ਬੇਟੇ ਨੂੰ ਪੱਗ ਬਣਾਈ ਜਾਂਦੀ ਹੈ। ਤਾਂ ਉਸ ਵੇਲੇ ਪੱਗ ਕਿਹਨੂੰ ਬਣਾਈ ਜਾਏ, ਤਾਂ ਇਹਨੇ ਰੌਲਾ ਪਾਇਆ। ਤੇ ਉਸ ਵੇਲੇ ਸੰਗਤ ਨੇ, ਬਾਬਾ ਬੁੱਢਾ ਜੀ ਨੇ, ਭਾਈ ਗੁਰਦਾਸ, ਹੋਰ ਸਿਆਣੇ ਗੁਰਸਿੱਖਾਂ ਨੇ ਕਿਹਾ ਵੀ ਦੇਖੋ, ਗੁਰਤਾ ਗੱਦੀ ਜਿਹੜੀ ਹੈ ਉਹ ਤਾਂ ਉਸੇ ਨੂੰ ਮਿਲੇਗੀ ਜਿਹਨੂੰ ਗੁਰੂ ਸਾਹਿਬ ਬਖਸ਼ਿਸ਼ ਕਰਕੇ ਗਏ। ਇਹ ਕਹਿੰਦਾ ਵੀ ਨਹੀਂ, ਪੱਗ ਮੈਂ ਬਣਾਉਣੀ ਆ। ਫਿਰ ਉਦੋਂ ਦੋ ਪੱਗਾਂ ਬੰਨ੍ਹੀਆਂ ਗਈਆਂ। ਇੱਕ ਪੱਗ ਸੀ ਜਿਹੜੀ ਤਾਂ ਲਾਣੇਦਾਰੀ ਦੀ ਪੱਗ ਸੀ, ਵੀ ਪਰਿਵਾਰ ਦਾ ਹੁਣ ਲਾਣੇਦਾਰ ਕੌਣ ਹੋ। ਪੱਗ ਦਾ ਅਰਥ ਇਹ ਹੁੰਦਾ ਹੈ ਜਦੋਂ ਪਰਿਵਾਰ ਚੋਂ ਕੋਈ ਚੜ੍ਹਾਈ ਕਰ ਜਾਂਦਾ ਤੇ ਅੱਗੇ ਪੱਗ ਬੰਨ੍ਹੀ ਜਾਂਦੀ ਹੈ, ਇਹਦਾ ਮਤਲਬ ਹੁੰਦਾ ਹੈ ਪਰਿਵਾਰ ਦਾ ਹੁਣ ਮੁਖੀ ਕੌਣ ਹੋਏਗਾ। ਜਿਹਦੇ ਸਿਰ ਤੇ ਦਸਤਾਰ ਬੰਨ੍ਹੀ ਗਈ ਹੈ, ਮਤਲਬ ਹੁਣ ਇਹ ਮੁਖੀ ਹੋਏਗਾ। ਲੈਣ ਦੇਣ ਕਰਨਾ, ਰਿਸ਼ਤੇਦਾਰੀਆਂ ਦਾ ਕਾਰ ਵਿਹਾਰ ਕਰਨਾ, ਇਹਦੇ ਨਾਲ ਕੀਤਾ ਜਾਏ, ਮੁਖੀ ਉਹਨੂੰ ਮੰਨਿਆ ਜਾਏਗਾ। ਤੋ ਉਹ ਮੁਖੀ ਦੀ ਪੱਗ ਬਾਬਾ ਪ੍ਰਿਥੀ ਚੰਦ ਦੇ ਬੰਨ੍ਹੀ ਗਈ। ਤੇ ਜਿਹੜੀ ਦੂਸਰੀ ਦਸਤਾਰ ਸੀ, ਸੰਗਤਾਂ ਆਈਆਂ ਸੀ ਦੂਰੋਂ ਦੂਰੋਂ ਇਕੱਠੀਆਂ ਹੋਈਆਂ ਸਨ ਉਸ ਵੇਲੇ, ਤਾਂ ਉਹ ਦਸਤਾਰ ਗੁਰਤਾ ਗੱਦੀ ਦੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਿਰ ਤੇ ਸਜਾਈ ਗਈ ਕਿ ਗੁਰੂ ਸਾਹਿਬ ਆਪ ਇਹਨਾਂ ਨੂੰ ਗੁਰਤਾ ਗੱਦੀ ਦੇ ਕੇ ਗਏ ਨੇ। ਗੁਰੂ ਘਰ ਦੀ ਜ਼ਿੰਮੇਵਾਰੀ, ਸਿੱਖ ਕੌਮ ਨੂੰ ਪ੍ਰਫੁੱਲਤ ਕਰਨ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ। ਤੋ ਇਸ ਤਰ੍ਹਾਂ ਬਖੇੜਾ ਖੜਾ ਹੋਇਆ ਸੀ, ਗੱਲ ਨਿਪਟ ਗਈ। ਪਰ ਬਾਬਾ ਪ੍ਰਿਥੀ ਚੰਦ ਦੁਨੀਆ ਦੇ ਕੰਮਾਂ 'ਚ ਬੜਾ ਬਾ-ਕਮਾਲ ਚਾਤਰ ਸੀ, ਬਾ-ਕਮਾਲ। ਉਹਨੇ ਕੀ ਕੀਤਾ, ਦਸਤਾਰਬੰਦੀ ਕਰਾ ਕੇ ਛੇਤੀ ਨਾਲ ਅੰਮ੍ਰਿਤਸਰ ਆ ਗਿਆ। ਅੰਮ੍ਰਿਤਸਰ ਆ ਕੇ ਜਿੰਨਾ ਗੁਰੂ ਦਰਬਾਰ ਦੇ ਵਿੱਚ ਪੈਸਾ ਸੀ, ਹੋਰ ਖਜ਼ਾਨੇ ਸੀ, ਇਹਨੇ ਸਾਰਾ ਇਕੱਠਾ ਕਰ ਲਿਆ, ਆਪਣੇ ਕਬਜ਼ੇ 'ਚ ਲੈ ਲਿਆ। ਤੇ ਜਿਹੜੇ ਗੁਰੂ ਘਰ ਦੇ ਨਾਲ ਕੋਈ ਹੋਰ ਮੁਖੀ ਬੰਦੇ ਸੰਬੰਧਿਤ ਸੀਗੇ, ਉਹਨਾਂ ਨੂੰ ਆਪਣੇ ਵਿਸ਼ਵਾਸ ਵਿੱਚ ਲੈ ਲਿਆ ਵੀ ਤੁਸੀਂ ਮੇਰੇ ਨਾਲ ਵਿਹਾਰ ਰੱਖਣਾ।
ਕਿਉਂਕਿ ਪਹਿਲਾਂ ਤੋਂ ਗੁਰੂ ਘਰ ਦਾ ਜਿਹੜਾ ਉੱਪਰਲਾ ਕੰਮ ਸੀ ਇਹੀ ਕਰਦੇ ਆ ਰਹੇ ਸੀ, ਪ੍ਰਬੰਧਕੀ ਢਾਂਚਾ ਦੇਖਦੇ ਆ ਰਹੇ ਸੀ, ਤੋਂ ਪਤਾ ਸੀ ਵੀ ਕਿਵੇਂ ਪ੍ਰਬੰਧ ਚੱਲਦਾ। ਤੋ ਇਦਾਂ ਅੰਮ੍ਰਿਤਸਰ ਦੇ ਵਿੱਚ ਆ ਕੇ ਸਾਰਾ ਕੁਝ ਸਮੇਟ ਲਿਆ। ਇਧਰੋਂ ਗੁਰੂ ਅਰਜਨ ਸਾਹਿਬ ਨੇ ਵੀ ਆਉਣਾ ਸੀ, ਸੰਗਤ ਗੁਰੂ ਅਰਜਨ ਸਾਹਿਬ ਨਾਲ ਹੈ। ਹੁਣ ਜੋ ਸੰਗਤ ਸਮੇਤ ਗੁਰੂ ਅਰਜਨ ਸਾਹਿਬ ਜੀ ਅੰਮ੍ਰਿਤਸਰ ਆਏ ਨੇ, ਦੇਖਿਆ ਵੀ ਕੋਈ ਝਗੜਾ ਨਾ ਪਏ, ਸਾਰਾ ਕੁਝ ਇਕੱਠਾ ਕਰਕੇ ਉੱਥੋਂ ਚਲਾ ਗਿਆ। ਹੁਣ ਜਦੋਂ ਚਲਾ ਗਿਆ ਤੇ ਗੁਰੂ ਅਰਜਨ ਸਾਹਿਬ ਆਏ, ਸੰਗਤ ਆਈਆਂ, ਚਲੋ ਪ੍ਰਸ਼ਾਦਾ ਪਾਣੀ ਬਣਾਇਆ ਗਿਆ, ਛਕਾਇਆ ਗਿਆ। ਇਹਨੇ ਕੀ ਸਕੀਮ ਖੇਡੀ, ਅੰਮ੍ਰਿਤਸਰ ਨੂੰ ਆਉਣ ਵਾਲੇ ਸਾਰੇ ਰਸਤਿਆਂ ਤੇ ਆਪਣੇ ਬੰਦੇ ਖਿਲਾ ਦਿੱਤੇ, ਤੇ ਜਿਹੜੀ ਵੀ ਕੋਈ ਸੰਗਤ ਦਰਸ਼ਨ ਕਰਨ ਆਵੇ ਉਹਨਾਂ ਕੋਲ ਜੇ ਕੋਈ ਮਾਇਆ ਹੋਵੇ ਜਾਂ ਕੋਈ ਉਹਨਾਂ ਕੋਲ ਰਸਦਾਂ ਹੋਣ ਲੰਗਰ ਦੇ ਲਈ, ਉਹ ਇਹਦੇ ਬੰਦੇ ਲੈ ਲੈਂਦੇ ਸੀ, ਭਾਈ ਆਹ ਸਮਾਨ ਇੱਥੇ ਰੱਖ ਦਿਓ, ਤੁਸੀਂ ਦਰਸ਼ਨ ਕਰਨ ਜਾਓ, ਅਸੀਂ ਪਹੁੰਚਾ ਦੇਵਾਂਗੇ। ਤੇ ਸਮਾਨ ਸੰਗਤ ਨੇ ਤਾਂ ਆਪਣੀ ਭਾਵਨਾ ਹੁੰਦੀ ਸੀ ਵੀ ਚਲੋ ਕੋਈ ਗੁਰੂ ਘਰ ਦਾ ਸੇਵਾਦਾਰ ਖੜਾ ਉਹਨੂੰ ਫੜਾ ਦੇਣਾ, ਪਰ ਉਹ ਸੇਵਾਦਾਰ ਸੀ ਪ੍ਰਿਥੀ ਚੰਦ ਦੇ। ਸਮਾਨ ਉਹ ਸਾਰਾ ਪ੍ਰਿਥੀ ਚੰਦ ਨੂੰ ਦਿੰਦੇ ਗਏ। ਲੰਗਰ ਛਕਣ ਜਾਣ ਲਈ ਗੁਰੂ ਅਰਜਨ ਸਾਹਿਬ ਕੋਲ ਜਾਣਾ। ਹੁਣ ਗੁਰੂ ਅਰਜਨ ਸਾਹਿਬ ਕੋਲ ਨਾ ਤਾਂ ਰਸਤਾ ਪਹੁੰਚਣਾ, ਨਾ ਮਾਇਆ ਪਹੁੰਚੇ। ਜਿਹੜੀ ਪਹਿਲੀ ਮਾਇਆ ਸੀ ਉਹ ਪ੍ਰਿਥੀ ਚੰਦ ਲੈ ਗਿਆ ਸੀ। ਹੁਣ ਗੁਰੂ ਸਾਹਿਬ ਦੇ ਕੋਲ ਮਾਇਕ ਤੌਰ ਦੇ ਉੱਪਰ ਕਾਫੀ ਜ਼ਿਆਦਾ ਤੰਗੀ ਹੋ ਗਈ। ਈਵਨ ਇਹੋ ਜਿਹੇ ਹਾਲਾਤ ਬਣ ਗਏ ਵੀ ਜੋ ਸੰਗਤਾਂ ਪ੍ਰਸ਼ਾਦਾ ਛਕਣ ਆਉਂਦੀਆਂ ਨੇ ਤਾਂ ਲੰਗਰ ਦੇ ਵਿੱਚ ਸਿਰਫ ਇੱਕ ਟਾਈਮ ਪ੍ਰਸ਼ਾਦਾ ਬਣਦਾ ਹੈ, ਤੇ ਉਹਦੇ ਉਸੇ ਵੇਲੇ ਗੁਰੂ ਸਾਹਿਬ ਆਪ ਛਕ ਲੈਂਦੇ ਆ, ਸੰਗਤ ਛਕ ਲੈਂਦੀ ਆ, ਬਾਕੀ ਇਦਾਂ ਹੀ ਸਾਰਿਆ ਜਾਂਦਾ ਹੈ। ਤੋ ਇਹੋ ਜਿਹੇ ਹਾਲਾਤਾਂ ਦੇ ਵਿੱਚ, ਇਹ ਹਾਲਾਤਾਂ ਦੀ ਗੱਲ 1581 ਈਸਵੀ ਅਗਸਤ ਮਹੀਨੇ 'ਚ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਏ ਨੇ, ਤੇ ਉਦੋਂ ਜਾ ਕੇ 1582 ਅਗਲੇ ਸਾਲ ਮਾਰਚ ਅਪ੍ਰੈਲ ਦੇ ਵਿੱਚ ਜਾ ਕੇ ਵਿਸਾਖੀ ਤੇ ਭਾਈ ਸੱਤਾ ਜੀ ਨੇ ਆਪਣੀ ਬੇਟੀ ਦਾ ਵਿਆਹ ਰੱਖਿਆ ਹੋਇਆ ਸੀ। ਵਿਸਾਖੀ ਦੇ ਦਿਨਾਂ 'ਚ ਗੁਰੂ ਘਰ 'ਚ ਵਿਸਾਖੀ ਦਾ ਜੋੜ ਮੇਲਾ ਚੱਲਦਾ ਹੁੰਦਾ ਸੀ, ਸੰਗਤਾਂ ਇਕੱਠੀਆਂ ਹੁੰਦੀਆਂ ਸਨ, ਮਾਇਆ ਵਧੀਆ ਹੋ ਜਾਂਦੀ ਸੀ ਵੀ ਚੱਲ ਆਪਣਾ ਦੁਨੀਆ ਦਾ ਕਾਰਜ ਕਰ ਲਵਾਂਗੇ। ਹੁਣ ਭਾਈ ਸੱਤਾ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕਰ ਦਿੱਤੀ ਵੀ ਸੱਚੇ ਪਾਤਸ਼ਾਹ ਮਹਾਰਾਜ, ਬੇਟੀ ਦਾ ਵਿਆਹ ਰੱਖਿਆ ਤੇ ਸਾਨੂੰ ਮਾਇਆ ਦੀ ਜ਼ਰੂਰਤ ਹੈ। ਗੁਰੂ ਸਾਹਿਬ ਕਹਿੰਦੇ ਵੀ ਕੋਈ ਗੱਲ ਨਹੀਂ, ਕੁਝ ਦਿਨ ਰੁਕ ਜਾਓ, ਵੀ ਅਜੇ ਤੁਹਾਨੂੰ ਪਤਾ ਪ੍ਰਿਥੀ ਚੰਦ ਨੇ ਜੋ ਕੁਝ ਕੀਤਾ ਹੈ। ਭਾਈ ਸੱਤਾ ਜੀ ਬਲਵੰਡ ਜੀ ਨੇ ਚਲੋ ਰੁਕ ਗਏ, ਤੇ ਗੱਲ ਆਲੇ ਦੁਆਲੇ ਸੰਗਤ ਨੂੰ ਪਤਾ ਲੱਗੇ ਜਾਂਦੀ ਹੈ ਵੀ ਇਹਨਾਂ ਦੀ ਬੇਟੀ ਦਾ ਵਿਆਹ ਜੇ ਗੁਰੂ ਸਾਹਿਬ ਨੇ ਕੁਝ ਦਿੱਤਾ ਨਹੀਂ ਹੈ। ਤਾਂ ਪ੍ਰਿਥੀ ਚੰਦ ਨੇ ਮਾਹੌਲ ਐਸਾ ਬਣਾਇਆ ਸੀ ਜਿੱਥੇ ਗੁਰੂ ਸਾਹਿਬ, ਗੁਰੂ ਅਰਜਨ ਸਾਹਿਬ ਦੇ ਵਿਰੁੱਧ ਮਸੰਦਾਂ ਨੂੰ ਵੀ ਆਪਣੇ ਨਾਲ ਰਲਾ ਲਿਆ ਸੀ, ਬਹੁਤਿਆਂ ਨੂੰ। ਤੇ ਜਿਹੜੇ ਨਗਰ ਦੇ ਵਿੱਚ ਪੰਚ ਸਨ, ਪੈਂਚ ਸਨ, ਅੰਮ੍ਰਿਤਸਰ ਨਗਰ ਦੇ, ਚੱਕ ਰਾਮਦਾਸਪੁਰ ਦੇ, ਉਹਨਾਂ 'ਚ ਵੀ ਬਹੁਤ ਲੋਕਾਂ ਨੂੰ ਆਪਣੇ ਨਾਲ ਗੰਢਿਆ। ਤੇ ਸੰਗਤ ਵਿੱਚ ਵੀ ਇਸ ਤਰ੍ਹਾਂ ਬਣਾਇਆ ਵੀ ਗੁਰੂ ਤਾਂ ਮੈਂ ਆ, ਕਿਉਂਕਿ ਬਹੁਤੇ ਲੋਕ ਪ੍ਰਿਥੀ ਚੰਦ ਨੂੰ ਜਾਣਦੇ ਸੀ, ਉਹ ਪ੍ਰਬੰਧ ਕਰਦਾ ਸੀ, ਗੁਰੂ ਅਰਜਨ ਸਾਹਿਬ ਨੂੰ ਇੰਨੇ ਅਜੇ ਨਹੀਂ ਸੀ ਜਾਣਦੇ। ਤੋ ਇਦਾਂ ਇਹਨੇ ਪ੍ਰਭਾਵ ਬਣਾਇਆ ਹੋਇਆ ਸੀ ਚਾਰੇ ਪਾਸੇ। ਹੋ ਸਕਦਾ ਵੀ ਉਸ ਵੇਲੇ ਸੱਤਾ ਜੀ ਤੇ ਬਲਵੰਡ ਜੀ ਤੱਕ ਵੀ ਇਹਦੇ ਬੰਦਿਆਂ ਨੇ ਪਹੁੰਚ ਕੀਤੀ ਹੋਵੇ ਵੀ ਲਓ ਤੁਹਾਨੂੰ ਗੁਰੂ ਸਾਹਿਬ ਨੇ ਕੀ ਦਿੱਤਾ ਹੈ, ਤੁਹਾਡੀ ਬੇਟੀ ਦਾ ਵਿਆਹ ਹੈ, ਤੁਸੀਂ ਗੁਰੂ ਘਰ 'ਚ ਕੀਰਤਨ ਕਰਦੇ ਹੋ, ਇਹਨਾਂ ਨੇ ਕੁਝ ਤੁਹਾਡੀ ਮਦਦ ਨਹੀਂ ਕੀਤੀ, ਵੀ ਇਹ ਗੱਲਾਂ ਦਾ ਵੀ ਰੋਸ ਆ ਗਿਆ ਹੋਵੇ ਮਨ ਵਿੱਚ। ਤੋ ਗੱਲ ਇਸ ਤਰ੍ਹਾਂ ਬਣ ਗਈ, ਜਦੋਂ ਵਿਸਾਖੀ ਦਾ ਦਿਹਾੜਾ ਆਇਆ, ਗੁਰੂ ਅਰਜਨ ਸਾਹਿਬ ਕੋਲੇ ਇਹੋ ਜਿਹੇ ਹਾਲਾਤ ਸੀ ਵੀ ਘਰ ਦੇ ਵਿੱਚ ਜੋ ਮਾਤਾ ਗੰਗਾ ਜੀ ਦੇ ਵੀ ਕੋਈ ਜੇਵਰਾਤ ਜਾਂ ਕੋਈ ਹੋਰ ਘਰ ਦੇ ਵਿੱਚ ਕੀਮਤੀ ਸਮਾਨ ਸੀ, ਉਹ ਵੀ ਵੇਚ ਦਿੱਤਾ ਗਿਆ, ਤਾਂ ਜੋ ਵੇਚ ਕੇ ਕੁਝ ਮਾਇਆ ਆਵੇ ਤੇ ਉਸ ਮਾਇਆ ਦੇ ਨਾਲ ਗੁਰੂ ਕਾ ਲੰਗਰ ਚੱਲਦਾ ਰਹੇ। ਜਿਹੜੀ ਸੰਗਤ ਆਉਂਦੀ ਹੈ ਚੱਲ ਪ੍ਰਸ਼ਾਦਾ ਤੇ ਛਕੇ ਸੰਗਤ ਆ ਕੇ, ਬਾਕੀ ਸੇਵਾਵਾਂ ਤਾਂ ਰੁਕੇ ਗਈਆਂ ਸਨ। ਤੋ ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਸੱਤਾ ਜੀ ਤੇ ਬਲਵੰਡ ਜੀ ਨੇ ਮਾਇਆ ਦੀ ਗੱਲ ਕਰ ਦਿੱਤੀ। ਗੁਰੂ ਸਾਹਿਬ ਦੇ ਕੋਲ ਕੋਈ ਮਾਇਆ ਦੇ ਪਦਾਰਥ ਉਸ ਵੇਲੇ ਨਹੀਂ ਸਨ, ਮਸਤਾਨਾ ਸੀ ਖਜ਼ਾਨਾ। ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ, ਕੀਰਤਨ ਕਰੋ, ਵੀ ਕੀਰਤਨ ਕਰਦੇ ਹੋਏ ਜਿਹੜੀ ਵੀ ਕੋਈ ਮਾਇਆ ਸੰਗਤ ਵੱਲੋਂ ਆਏਗੀ ਉਹ ਤੁਸੀਂ ਲੈ ਜਾਓ। ਤੋ ਇਹਨਾਂ ਨੇ ਕੀਰਤਨ ਦੀ ਸੇਵਾ ਕੀਤੀ, ਪਰ ਉਸ ਮਾਇਆ ਸੰਗਤ 'ਚ ਕੋਈ ਨਾ ਆਈ, ਕਿਉਂਕਿ ਸੰਗਤ ਤਾਂ ਸਾਰਾ ਕੁਝ ਪਿੱਛੇ ਹੀ ਲੈ ਆਉਂਦੀ ਸੀ। ਪ੍ਰਿਥੀ ਚੰਦ ਦੇ ਬੰਦੇ ਰਾਹ 'ਚ ਘੇਰ ਕੇ ਲੈ ਲੈਂਦੇ ਸੀ। ਸੰਗਤ ਆਪਣੀ ਥਾਂ ਸੱਚੀ ਸੀ, ਕਿਉਂਕਿ ਸੰਗਤ ਨੇ ਮਾਇਆ ਵੀ ਲਿਆਂਦੀ ਸੀ, ਰਸਦਾਂ ਵੀ ਲਿਆਂਦੀਆਂ ਸਨ, ਸੰਗਤ ਆਪਣੇ ਥਾਂ ਸੱਚੀ ਸੀ। ਉਹਨਾਂ ਨੇ ਮਾਇਆ ਆਲਰੇਡੀ ਦਿੱਤੀ ਹੋਈ ਸੀ, ਪਰ ਹੁਣ ਇੱਥੇ ਆ ਕੇ ਹੁਣ ਇਹਨਾਂ ਨੂੰ ਪਤਾ ਨਹੀਂ ਸੀ ਵੀ ਗੱਲ ਇਹਨਾਂ ਨੇ ਹੁਣ ਕਿਵੇਂ ਕਹਿੰਦੇ ਵੀ ਸਾਨੂੰ ਮਾਇਆ ਦਿਓ। ਤੋ ਇਦਾਂ ਕਰਨ ਕਰਕੇ ਜਦੋਂ ਕੀਰਤਨ ਕੀਤਾ ਕੁਝ ਵੀ ਮਾਇਆ ਨਾ ਹੋਈ। ਗੁਰੂ ਸਾਹਿਬ ਨੂੰ ਕਹਿੰਦੇ ਮਹਾਰਾਜ ਕੁਝ ਪੈਸਾ ਹੋਏ ਨਹੀਂ। ਗੁਰੂ ਸਾਹਿਬ ਕਹਿੰਦੇ ਭਾਈ ਫੇਰ ਕਰੋ। ਫੇਰ ਏਦਾਂ ਹੀ ਹੋਇਆ, ਫੇਰ ਕਰੋ। ਫਿਰ ਮੈਂ ਪੜ੍ਹਿਆ ਇੱਕ ਜਗ੍ਹਾ, ਕਹਿੰਦੇ ਸਿਰਫ ਜੋ ਵੀ ਕੁਝ ਇਕੱਠਾ ਹੋਇਆ ਵੀ ਉਹਨੂੰ ਜੋੜੀਏ ਤਾਂ 1 ਰੁਪਇਆ ਬਣਿਆ, 1 ਰਜਤ ਪਣ ਉਸ ਵੇਲੇ ਕਹਿੰਦੇ ਸਨ। ਗੁਰੂ ਸਾਹਿਬ ਨਾਲ ਨਾਰਾਜ਼ ਹੋ ਗਏ, ਕਹਿੰਦੇ ਵੀ ਗੁਰੂ ਸਾਹਿਬ ਤੁਸੀਂ ਕਿਉਂ ਨਹੀਂ ਦਿੰਦੇ। ਗੁਰੂ ਸਾਹਿਬ ਕਹਿੰਦੇ ਵੀ ਦੇਖੋ ਸੰਗਤ ਦੀ ਸੇਵਾ ਲਈ ਅਸੀਂ ਕੁਝ ਵੀ ਲੁਕੋ ਕੇ ਨਹੀਂ ਰੱਖਿਆ,
ਜੋ ਸਾਡੇ ਆਪਣੇ ਕੋਲ ਪਦਾਰਥ ਹੈ ਸੀ ਉਹ ਵੀ ਅਸੀਂ ਲੇਖੇ ਲਾ ਦਿੱਤਾ ਤਾਂ ਜੋ ਸੰਗਤ ਗੁਰੂ ਘਰ ਆਏ ਪ੍ਰਸ਼ਾਦੇ ਪਾਣੀ ਤੋਂ ਕੋਈ ਵਾਂਝਾ ਨਾ ਜਾਏ। ਪਰ ਇਹਨਾਂ ਦੇ ਮਨ 'ਚ ਐਸਾ ਰੋਸ ਪੈਦਾ ਹੋਇਆ, ਕਹਿੰਦੇ ਵੀ ਮਹਾਰਾਜ ਹੁਣ ਅਸੀਂ ਕੀਰਤਨ ਕਰਨੇ ਨਹੀਂ ਆਉਣਾ। ਕੀਰਤਨ ਕਰਨ ਨਾ ਆਏ, ਤੇ ਜਦੋਂ ਕੀਰਤਨ ਕਰਨ ਨਾ ਆਏ ਫਿਰ ਇਹਨਾਂ ਦੇ ਨਾਲ ਗੁਰੂ ਸਾਹਿਬ ਨੇ 1-2 ਵਾਰੀ ਸੰਗਤ ਦੇ ਬੰਦੇ ਭੇਜੇ, ਭਾਈ ਬੁਲਾ ਕੇ ਲਿਆਓ, ਨਹੀਂ ਆਏ। ਫਿਰ ਮਹਾਰਾਜ ਜੀ ਆਪ ਵੀ ਗਏ। ਹੁਣ ਗੁਰੂ ਅਰਜਨ ਸਾਹਿਬ ਦੀ ਉਮਰ ਉਸ ਵੇਲੇ 18-19 ਸਾਲ ਸੀ। ਅਜੇ ਗੁਰੂ ਸਾਹਿਬ ਨੇ ਗੁਰਸਿੱਖੀ ਦੇ ਆਲੇ ਦੁਆਲੇ ਜੋ ਪ੍ਰਚਾਰ ਪ੍ਰਸਾਰ ਦਾ ਜੋ ਪ੍ਰਬੰਧ ਸੀ ਉਹ ਕੀਤਾ ਨਹੀਂ ਸੀ, ਕਿਉਂਕਿ ਗੁਰਤਾ ਗੱਦੀ ਤੇ ਬਹਿੰਦੇ ਹੀ ਹਾਲਾਤ ਇਦਾਂ ਦੇ ਬਣ ਗਏ ਸਨ। ਤੋ ਇਹਨਾਂ ਦੇ ਮਨ ਤੇ ਵੀ ਅਜੇ ਉਹ ਪ੍ਰਭਾਵ ਨਹੀਂ ਸੀ ਜੋ ਪ੍ਰਭਾਵ ਗੁਰੂ ਰਾਮਦਾਸ ਮਹਾਰਾਜ ਵੇਲੇ ਸੀ, ਜਾਂ ਵੀ ਉਹ ਕੁਦਰਤੀ ਹੁੰਦਾ ਕੁਝ ਇੱਕ ਗੱਲਾਂ ਦਾ। ਤੋ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ ਵੀ ਤੁਸੀਂ ਅਜੇ ਨਿਆਣੇ ਹੋ, ਤੁਹਾਨੂੰ ਪਤਾ ਨਹੀਂ, ਅਸੀਂ ਗੁਰੂ ਘਰ 'ਚ ਸੇਵਾ ਕਰਦੇ ਆ, ਬਾਕੀ ਸਾਡੀ ਸੇਵਾ ਬਹੁਤ ਵੱਡੀ ਆ, ਪਰ ਤੁਸੀਂ ਸਤਿਕਾਰ ਨਹੀਂ ਕਰ ਰਹੇ। ਜੇ ਸਾਡੇ ਵੱਡੇ ਵਡੇਰੇ ਜਾਂ ਭਾਈ ਮਰਦਾਨਾ ਜੀ ਵਰਗੇ ਗੁਰੂ ਘਰ ਦੇ ਵਿੱਚ ਕੀਰਤਨ ਨਾ ਕਰਦੇ ਨਾ ਤਾਂ ਗੁਰੂ ਸਾਹਿਬ ਦੀ ਕਿਹਨੇ ਸੁਣਨੀ ਸੀ। ਇਦਾਂ ਦੇ ਬੋਲ ਕਹਿ ਬੈਠੇ। ਹੁਣ ਗੁਰੂ ਅਰਜਨ ਸਾਹਿਬ ਨੂੰ ਆਪਣੇ ਆਪ ਨੂੰ ਤਾਂ ਜੋ ਕਿਹਾ ਗੁਰੂ ਸਾਹਿਬ ਸੁਣਦੇ ਰਹੇ, ਪਰ ਜਦੋਂ ਗੁਰੂ ਨਾਨਕ ਸਾਹਿਬ ਵਾਲੇ ਕਿਹਾ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ, ਭਾਈ ਜੇ ਤੁਸੀਂ ਇੱਥੋਂ ਤੱਕ ਸੋਚਦੇ ਹੋ, ਜਾਓ ਤੁਹਾਨੂੰ ਗੁਰੂ ਘਰ ਤੋਂ ਫਟਕਾਰਿਆ। ਗੁਰੂ ਸਾਹਿਬ ਜੀ ਆ ਗਏ ਤੇ ਆਪ ਸਰੰਦਾ ਲੈ ਕੇ ਗੁਰੂ ਅਰਜਨ ਸਾਹਿਬ ਨੇ ਕੀਰਤਨ ਕੀਤਾ ਤੇ ਸੰਗਤਾਂ ਨੂੰ ਹੁਕਮ ਕੀਤਾ, ਭਾਈ ਗੁਰੂ ਕੇ ਸਿੱਖੋ ਤੁਸੀਂ ਆਪ ਕੀਰਤਨ ਕਰਿਆ ਕਰੋ। ਇਸ ਘਟਨਾ ਦੇ ਨਾਲ ਇੱਕ ਤਾਂ ਸੰਗਤ ਦਾ ਪੰਥ ਦਾ ਇਹ ਫਾਇਦਾ ਹੋਇਆ ਵੀ ਕੀਰਤਨ ਦੀ ਦਾਤ ਸੰਗਤ ਦੀ ਝੋਲੀ 'ਚ ਪਾ ਦਿੱਤੀ ਗੁਰੂ ਸਾਹਿਬ ਨੇ। ਹੁਣ ਦੂਜਾ ਕੀ ਹੋਇਆ, ਭਾਈ ਸੱਤਾ ਜੀ ਤੇ ਬਲਵੰਡ ਜੀ ਜਿਹੜੇ ਇਹਨਾਂ ਨੂੰ ਚੁੱਕਣਾ ਦੇਣ ਵਾਲੇ ਲੋਕ ਸੀ ਜਾਂ ਕੁਝ ਹੋਰ ਸੀ, ਸਾਰੇ ਪਿੱਛੇ ਹਟ ਗਏ। ਕੀਰਤਨ ਕਰਦੇ ਆ, ਪਰ ਹੁਣ ਕੀਰਤਨ ਦੇ ਵਿੱਚ ਕੌਣ ਆਵੇ? ਇੱਕ ਗੱਲ ਯਾਦ ਰੱਖਣੀ, ਜਿਵੇਂ ਇੱਕ ਚਪੜਾਸੀ ਹੈ, ਇੱਕ ਚਪੜਾਸੀ ਹੈ, ਉਹ ਅਦਾਲਤ ਦੇ ਵਿੱਚ ਹੁੰਦਾ, ਜੱਜ ਦੇ ਗੇਟ ਅੱਗੇ ਹੁੰਦਾ, ਜਿਹਦਾ ਕੇਸ ਆ ਨਾ ਉਹਨੇ ਆਵਾਜ਼ ਮਾਰਨੀ, ਲੋਕੀ ਹੱਥ ਜੋੜ ਕੇ ਭੱਜੇ ਜਾਂਦੇ ਆ। ਹੁਣ ਚਪੜਾਸੀ ਸੋਚੇ ਵੀ ਮੇਰੀ ਆਵਾਜ਼ ਤੇ ਭੱਜੇ ਜਾਂਦੇ ਆ, ਮੇਰੀ ਬੜੀ ਪਾਵਰ ਹੈ, ਇਹ ਤਾਂ ਉਹਦੀ ਗਲਤਫਹਿਮੀ ਹੋਏਗੀ ਨਾ, ਕਿਉਂਕਿ ਚਪੜਾਸੀ ਦੇ ਪਿੱਛੇ ਜਿਹੜੀ ਤਾਕਤ ਕੰਮ ਕਰ ਰਹੀ ਆ ਉਹ ਕਾਨੂੰਨ ਦੀ ਤੇ ਜੱਜ ਦੀ ਤਾਕਤ ਕੰਮ ਕਰ ਰਹੀ ਹੈ। ਲੋਕ ਉਸ ਕਰਕੇ ਹੱਥ ਜੋੜ ਕੇ ਭੱਜੇ ਜਾਂਦੇ ਆ, ਪਰ ਹੁਣ ਉਹ ਸੋਚਦਾ ਵੀ ਮੈਂ ਹੀ ਸਭ ਕੁਝ ਬਣ ਗਿਆ, ਫਿਰ ਉਹਦੀ ਇਹ ਗਲਤੀ ਹੋਏਗੀ। ਤੋ ਇਦਾਂ ਹੀ ਜਿਹੜੇ ਗੁਰੂ ਕੇ ਪਿਆਰੇ ਗੁਰਬਾਣੀ ਨੂੰ, ਸ਼ਬਦ ਨੂੰ, ਕੀਰਤਨ ਨੂੰ, ਬਾਣੀ ਨੂੰ ਗਾਉਣ ਵਾਲੇ ਜਾਂ ਸੁਣਨ ਵਾਲੇ ਹੈ, ਉਹ ਜੇ ਸੋਚਣ ਵੀ ਸਾਡੇ ਕਰਕੇ ਆ, ਸਾਡੇ ਕਰਕੇ ਨਹੀਂ ਭਾਈ, ਇਹ ਗੁਰੂ ਦੀ ਬਖਸ਼ਿਸ਼ ਕਰਕੇ ਆ। ਬੜਾ ਕੀਰਤਨ ਕਰਕੇ ਦਿਖਾਇਆ ਪਰ ਕਿਤੋਂ ਕੁਝ ਨਾ ਮਿਲਿਆ, ਸਤਿਕਾਰ ਵੀ ਜਾਂਦਾ ਲੱਗਿਆ, ਸਰੀਰਕ ਤੌਰ ਤੇ ਵੀ ਬਿਮਾਰ ਹੋ ਗਏ, ਤੇ ਇਦਾਂ ਵੀ ਲਿਖਿਆ ਗ੍ਰੰਥਾਂ 'ਚ ਵੀ ਕੋੜ ਹੋ ਗਿਆ। ਚਲੋ ਮੈਂ ਤੇ ਸ਼ਬਦ ਵਰਤਨ ਤੋਂ ਸੰਕੋਚ ਕਰ ਰਿਹਾ ਵੀ ਚਲੋ ਸਰੀਰਕ ਤੌਰ ਤੇ ਬਿਮਾਰ ਹੋ ਗਏ, ਮਾਨਸਿਕ ਤੌਰ ਦੇ ਉੱਪਰ ਵੀ ਉਖੜ ਗਏ। ਫਿਰ ਇਹਨਾਂ ਨੂੰ ਅਹਿਸਾਸ ਹੋਇਆ ਵੀ ਆਪਾਂ ਗਲਤੀ ਕੀਤੀ ਹੈ। ਗੁਰੂ ਸਾਹਿਬ ਦੀ ਤਾਂ ਆਪਣੀ ਵੀ ਮਜਬੂਰੀ ਸੀ ਵੀ ਸਾਨੂੰ ਜੇ ਮਾਇਆ ਨਹੀਂ ਦੇ ਸਕੇ, ਗੁਰੂ ਸਾਹਿਬ ਤੋਂ ਮਾਫੀ ਮੰਗੀ ਹੈ। ਗੁਰੂ ਸਾਹਿਬ ਦੇ ਕੋਲ ਗੱਲ ਪਹੁੰਚੀ, ਗੁਰੂ ਸਾਹਿਬ ਕਹਿੰਦੇ ਵੀ ਨਹੀਂ, ਜਿਹਨੇ ਗੁਰੂ ਨਾਨਕ ਦੀ ਵਡਿਆਈ ਦੇ ਵਿਰੁੱਧ ਬਚਨ ਬੋਲੇ ਨਾ, ਨਿੰਦਿਆ ਕੀਤੀ, ਉਹ ਗੁਰੂ ਘਰ 'ਚ ਪ੍ਰਵਾਨ ਨਹੀਂ ਹੋਵੇਗਾ। ਸੰਗਤਾਂ ਨੇ ਕਿਹਾ ਗੁਰੂ ਸਾਹਿਬ ਨੇ ਬਚਨ ਕਰਤਾ, ਕਹਿੰਦੇ ਜੇ ਕੋਈ ਇਹਨਾਂ ਦੀ ਗੱਲ ਸਾਡੇ ਕੋਲ ਲੈ ਕੇ ਆ ਤਾਂ ਉਹਦਾ ਮੂੰਹ ਕਾਲਾ ਕੀਤਾ ਜਾਏ। ਭਾਵ ਇਹ ਸੀ ਵੀ ਇਹਨਾਂ ਬਾਰੇ ਕੋਈ ਗੱਲ ਨਾ ਕੀਤੀ ਜਾਏ। ਪਰ ਧੰਨ ਨੇ ਗੁਰੂ ਕੇ ਸਿੱਖ। ਉਸ ਵੇਲੇ ਲਾਹੌਰ ਦਾ ਰਹਿਣ ਵਾਲਾ ਇੱਕ ਸਿੱਖ ਖੱਤਰੀ ਭਾਈ ਲੱਧਾ, ਜਿਹਦਾ ਨਾਮ ਸੀ ਪਰਉਪਕਾਰੀ, ਉਹਨੂੰ ਪਤਾ ਲੱਗਿਆ, ਸੱਤਾ ਜੀ ਬਲਵੰਡ ਜੀ ਕੋਲ ਆਇਆ। ਇਹਨਾਂ ਨੇ ਹੱਥ ਜੋੜੇ, ਭਾਈ ਸਾਹਿਬ ਗੁਰਸਿੱਖ ਕਹਿੰਦੇ ਹੀ ਉਹਨੂੰ ਨੇ ਜਿਹੜਾ ਟੁੱਟਿਆ ਹੋਇਆ ਨੂੰ ਗੁਰੂ ਦੇ ਨਾਲ ਜੋੜਦੇ। ਗੁਰਸਿੱਖ ਹੁੰਦਾ ਉਹ ਜਿਹੜਾ ਟੁੱਟਿਆ ਹੋਇਆ ਨੂੰ ਗੁਰੂ ਨਾਲ ਜੋੜਦੇ, ਪਰ ਅੱਜ ਬਹੁਤੇ ਸਿੱਖ ਇਹੋ ਜਿਹੇ ਨੇ ਜਿਹੜੇ ਜੁੜਿਆ ਹੋਇਆ ਨੂੰ ਗੁਰੂ ਤੋਂ ਤੋੜੀ ਜਾ ਰਹੇ। ਧਿਆਨ ਦਿਓ। ਭਾਈ ਲੱਧਾ ਜੀ ਨੇ ਕੀ ਕੀਤਾ, ਕਹਿੰਦੇ ਕੋਈ ਗੱਲ ਨਹੀਂ, ਮੈਂ ਗੁਰੂ ਸਾਹਿਬ ਕੋਲ ਬੇਨਤੀ ਕਰਾਂਗੇ। ਕਹਿੰਦੇ ਗੁਰੂ ਸਾਹਿਬ ਨੇ ਤਾਂ ਹੁਕਮ ਕੀਤਾ ਹੈ, ਜਿਹੜਾ ਸਾਡੇ ਬਾਰੇ ਬੇਨਤੀ ਕਰੇਗਾ ਤਾਂ ਮੂੰਹ ਕਾਲਾ ਕੀਤਾ ਜਾਵੇ। ਭਾਈ ਲੱਧਾ ਜੀ ਧੰਨ ਗੁਰੂ ਕਾ ਸਿੱਖ ਕਹਿੰਦਾ, ਭਾਈ ਜੇ ਕਿਸੇ ਟੁੱਟੇ ਹੋਏ ਨੂੰ ਗੁਰੂ ਨਾਲ ਜੋੜਨ ਲਈ ਮੇਰਾ ਮੂੰਹ ਵੀ ਕਾਲਾ ਹੋਏ ਤਾਂ ਮੈਨੂੰ ਪਰਵਾਹ ਹੈ। ਆਪ ਆਪਣਾ ਮੂੰਹ ਕਾਲਾ ਕੀਤਾ ਤੇ ਨਗਰ ਦੇ ਵਿੱਚ ਚੱਲੇ, ਬੱਚੇ ਰੌਲਾ ਪਾਉਂਦੇ ਨੇ, ਆਲੇ ਦੁਆਲੇ ਰੌਲਾ ਪੈ ਗਿਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਰਾਮਦਾਸ ਸਰੋਵਰ ਦੀ ਪਰਿਕਰਮਾ 'ਚ, ਸ੍ਰੀ ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ 'ਚ। ਹਰਿਮੰਦਰ ਸਾਹਿਬ ਤੇ ਅਜੇ ਬਣਿਆ ਨਹੀਂ ਸੀ। ਪਤਾ ਲੱਗਿਆ ਵੀ ਆਵਾਜ਼ਾਂ ਕੀ ਆ ਰਹੀਆਂ, ਕਹਿੰਦੇ ਇੱਕ ਸਿੱਖ ਆ ਰਿਹਾ। ਕੌਣ? ਕਹਿੰਦੇ ਲੱਧਾ। ਲੱਧਾ ਜੀ ਜਦੋਂ ਆਏ, ਭਾਈ ਲੱਧਾ ਜੀ ਚਿਹਰੇ ਤੇ ਕਾਲਕ। ਭਾਈ ਲੱਧਾ ਜੀ ਆ ਕੀ? ਭਾਈ ਲੱਧਾ ਕਹਿੰਦੇ ਸਤਿਗੁਰੂ ਜੀ ਆਪ ਜੀ ਦਾ ਬਚਨ ਹੈ, ਜਿਹੜਾ ਕੋਈ ਸਿੱਖ
ਸੱਤਾ ਜੀ ਤੇ ਬਲਵੰਡ ਜੀ ਦੀ ਗੱਲ ਤੁਹਾਡੇ ਕੋਲ ਕਰੇਗਾ ਉਹਦਾ ਮੁੱਖ ਕਾਲਾ ਕੀਤਾ ਜਾਣਾ। ਭਾਵ ਇਹ ਸੀ ਵੀ ਉਹਦੀ ਕੋਈ ਗੱਲ ਨਾ ਕਰੇ ਸਾਡੇ ਕੋਲ। ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪਣਾ ਮੁੱਖ ਪਹਿਲਾਂ ਹੀ ਕਾਲਾ ਕਰ ਲਿਆ ਹੈ, ਕਿਉਂਕਿ ਮੈਂ ਉਹਨਾਂ ਦੇ ਬਖਸ਼ਣ ਲਈ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਨੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ। ਭਾਈ ਲੱਦਾ ਜੀ ਨੂੰ ਪਰਉਪਕਾਰੀ ਦੀ ਪਦਵੀ ਦਿੱਤੀ। ਭਾਈ ਤੂੰ ਪਰਉਪਕਾਰੀ ਹੈ ਜੋ ਦੂਜਿਆਂ ਦੇ ਭਲੇ ਲਈ ਆਪਣੇ ਆਪੇ ਦੀ, ਆਪਣੇ ਮਾਣ ਸਤਿਕਾਰ ਦੀ ਕੋਈ ਪਰਵਾਹ ਨਾ ਕੀਤੀ। ਗੁਰੂ ਨਾਲ ਕੋਈ ਜੁੜ ਜਾਏ ਬਸ, ਕਿੱਡੀ ਤੇਰੀ ਭਾਵਨਾ। ਸੱਤਾ ਜੀ ਤੇ ਬਲਵੰਡ ਨੂੰ ਸੱਦਿਆ ਗਿਆ। ਸੱਦ ਕੇ ਫਿਰ ਇਹਨਾਂ ਨੂੰ ਕਿਹਾ, ਭਾਈ ਇਹਨਾਂ ਨੇ ਮਾਫੀ ਮੰਗੀ ਗਲਤੀ ਮਹਾਰਾਜ ਸੱਚੇ ਪਾਤਸ਼ਾਹ ਤੋਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਾਹਿਬ ਤੁਹਾਨੂੰ ਬਖਸ਼ਿਆ ਜਾਏਗਾ। ਜਿਹੜੀ ਰਸਨਾ ਦੇ ਨਾਲ ਤੁਸੀਂ ਨਿੰਦਿਆ ਦੇ ਬੋਲ ਕਹੇ ਆ ਨਾ, ਉਹ ਰਸਨਾ ਨਾਲ ਗੁਰੂ ਨਾਨਕ ਦੀ ਉਸਤਤ ਕਰੋ, ਵਡਿਆਈ ਕਰੋ। ਫਿਰ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਉਸਤਤ ਕਰਨ ਦੇ ਵਿੱਚ ਬੋਲ ਉਚਾਰਨ ਕਰਦੇ ਆ। ਤੇ ਜਿਹੜੇ ਬੋਲ ਇਹਨਾਂ ਨੇ ਉਚਾਰਨ ਕੀਤੇ ਉਹ ਇੱਕ ਵਾਰੀ ਨਹੀਂ, ਮੈਂ ਬੇਨਤੀ ਕਰਦਿਆਂ ਸੰਗਤ 'ਚ ਕਈ ਵਾਰੀ ਭੁਲੇਖਾ ਲੱਗ ਜਾਂਦਾ ਵੀ ਇੱਕ ਵਾਰੀ ਇਹਨਾਂ ਨੇ ਕਹਿ ਦਿੱਤਾ, ਨਹੀਂ। ਇਹ 1582 ਦੀ ਗੱਲ ਹੈ ਤੇ 1604 ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੁੰਦਾ ਹੈ। ਭਾਵ ਕਿ 22 ਸਾਲ ਦਾ ਸਮਾਂ ਇਹ। ਤੇ ਇਸ ਸਮੇਂ ਦੇ ਵਿੱਚ ਭਾਈ ਸੱਤਾ ਜੀ ਤੇ ਬਲਵੰਡ ਨੇ ਅਤਿਅੰਤ ਉਸਤਤ ਗੁਰੂ ਦੀ ਕੀਤੀ। ਤੇ ਉਸਤਤ ਕਰਦੇ ਹੋਏ ਫਿਰ ਉਹਨਾਂ ਨੇ ਇੱਕ ਵਾਰ ਉਚਾਰਨ ਕੀਤੀ, ਜਿਹੜੀ ਵਾਰ ਉਹ ਅਕਸਰ ਗੁਰੂ ਦਰਬਾਰ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ। ਤੇ ਉਹ ਵਾਰ ਸੰਗਤਾਂ ਨੂੰ ਇੰਨੀ ਪਸੰਦ ਆਈ, ਗੁਰੂ ਅਰਜਨ ਸਾਹਿਬ ਨੂੰ ਇੰਨੀ ਪ੍ਰਸੰਨਤਾ ਹੋਈ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ 1604 ਇਸ ਵਿੱਚ ਤਿਆਰ ਕੀਤਾ ਹੈ, ਉਸ ਵਾਰ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਉਹ ਵਾਰ ਹੈ ਭਾਈ ਸੱਤਾ ਜੀ ਤੇ ਬਲਵੰਡ ਦੀ ਇਹ ਰਾਮਕਲੀ ਕੀ ਵਾਰ, ਜਿਸ ਦੀ ਆਪਾਂ ਵਿਚਾਰ ਸ਼ੁਰੂ ਕਰ ਰਹੇ ਹਾਂ। ਤੇ ਇਸ ਵਾਰ ਨੂੰ ਗਾਉਣ ਕਰਕੇ ਉਹਨਾਂ ਦਾ ਸਰੀਰਕ ਦੁੱਖ ਵੀ ਦੂਰ ਹੋ ਗਿਆ ਤੇ ਉਹਨਾਂ ਦੇ ਮਾਨਸਿਕ ਦੁੱਖ ਪਰੇਸ਼ਾਨੀਆਂ ਵੀ ਦੂਰ ਹੋ ਗਈਆਂ ਤੇ ਆਰਥਿਕ ਦੁੱਖ ਵੀ ਦੂਰ ਹੋ ਗਏ। ਤਾਂ ਕਰਕੇ ਗੁਰਮੁਖ ਪਿਆਰਿਓ, ਕਈ ਗੁਰੂ ਕੇ ਸਿੱਖ ਹਨ ਜਿਹੜੇ ਜਦੋਂ ਨਿਤਨੇਮ ਕਰਦੇ ਆ ਨਾ, ਆਪਣੇ ਨਿਤਨੇਮ ਦੇ ਨਾਲ ਨਾਲ ਉਹ ਰਾਮਕਲੀ ਕੀ ਵਾਰ ਦਾ ਪਾਠ ਵੀ ਕਰਦੇ ਆ। ਕਿਉਂਕਿ ਜੇ ਭਾਈ ਸੱਤਾ ਜੀ ਤੇ ਬਲਵੰਡ ਦਾ ਸਰੀਰਕ ਦੁੱਖ, ਮਾਨਸਿਕ ਦੁੱਖ, ਆਰਥਿਕ ਦੁੱਖ ਦੂਰ ਹੋ ਸਕਦਾ ਹੈ ਨਾ, ਤਾਂ ਅਸੀਂ ਵੀ ਭਾਵਨਾ ਨਾਲ ਇਸ ਵਾਰ ਦਾ ਪਾਠ ਕਰੀਏ, ਸਾਡੇ ਵੀ ਤਨ ਦੇ, ਮਨ ਦੇ, ਧਨ ਦੇ ਸਾਰੇ ਰੋਗ ਦੂਰ ਹੋ ਜਾਣਗੇ। ਤੋ ਇਹ ਵਾਰ ਹੈ ਭਾਈ ਸੱਤਾ ਜੀ ਤੇ ਬਲਵੰਡ ਦੀ, ਜਿਸ ਗੁਰੂ ਨਾਨਕ ਜੀ ਦੇਵ ਜੀ ਦੀ ਪੰਜੋਂ ਪਾਤਸ਼ਾਹੀਆਂ ਦੀ ਉਸਤਤ ਕੀਤੀ ਹੈ। ਪਹਿਲੀਆਂ 3 ਪੌੜੀਆਂ ਭਾਈ ਬਲਵੰਡ ਜੀ ਦੀਆਂ ਤੇ ਅਗਲੀਆਂ 5 ਪੌੜੀਆਂ ਭਾਈ ਸੱਤਾ ਜੀ ਦੀਆਂ ਹਨ। ਸੋ ਗੁਰਮੁਖ ਪਿਆਰਿਓ, ਇਹ ਸੀ ਇਤਿਹਾਸ ਜੋ ਸਾਡੇ ਲਈ ਜਾਣਨਾ ਜ਼ਰੂਰੀ ਹੈ। ਫਿਰ ਇਸ ਇਤਿਹਾਸ ਤੇ ਇਸ ਉਥਾਨਕਾ ਤੇ ਆਪਾਂ ਅੱਗੇ ਵਿਚਾਰ ਪ੍ਰਾਰੰਭ ਕਰਦੇ ਹਾਂ। ਤੋ ਆਓ ਆਰੰਭ ਦੇ ਸਰਲੇਖ ਤੋਂ ਜੋ ਭਾਈ ਸੱਤਾ ਜੀ ਤੇ ਬਲਵੰਡ ਜੀ ਦਾ ਹੈ, ਇਸ ਤੋਂ ਵਿਚਾਰ ਦੀ ਪ੍ਰਾਰੰਭਤਾ ਕਰੀਏ, ਜੋ ਆਪ ਜੀ ਨੇ ਵਾਰ ਉਚਾਰਨ ਕੀਤੀ ਹੈ। ਨਾਉ ਕਰਤਾ ਕਾਦਰ ਕਰੇ, ਕਿਉ ਬੋਲ ਹੋਵੇ ਜੋ ਕੀਮਦੈ। ਦੇ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀ ਵਧੈ। ਆਪ ਜੀ ਫਰਮਾ ਰਹੇ ਹਨ, ਇਹ ਜੋ ਵਾਰ ਹੈ ਰਾਮਕਲੀ ਕੀ ਵਾਰ। ਰਾਮਕਲੀ ਰਾਗ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ 'ਚ 18 ਨੰਬਰ ਤੇ ਆਉਂਦਾ ਹੈ ਰਾਗ। ਇਸ ਰਾਗ ਦੇ ਵਿੱਚ ਇਹ ਵਾਰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਦੀ ਉਚਾਰਨ ਕੀਤੀ ਹੋਈ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਸਰੂਪ ਪਰਮਾਤਮਾ ਇੱਕ ਹੈ। ਪੂਰਨ ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਸਿੱਖ ਦੀ ਸੋਝੀ ਹੁੰਦੀ ਹੈ। ਇਸ ਤੋਂ ਅੱਗੇ ਗੁਰੂ ਉਸਤਤ ਕਰ ਰਹੇ ਨੇ, ਪਾਤਸ਼ਾਹੀ ਪਹਿਲੀ ਤੋਂ ਉਸਤਤ ਸ਼ੁਰੂ ਕਰ ਰਹੇ ਹਨ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਵਦ ਹੈ। ਇਹ ਵਾਰ ਦੇ ਸ਼ੁੱਧ ਉਚਾਰਨ ਤੇ ਬਹੁਤ ਧਿਆਨ ਦੇਣਾ ਹੈ। ਸ਼ੁੱਧ ਉਚਾਰਨ ਤੇ ਬਹੁਤ ਧਿਆਨ ਦੇਣਾ ਪਏਗਾ ਇਸ ਤੇ। ਨਾਉ ਕਰਤਾ ਕਾਦਰ ਕਰੇ। ਨਾਉ ਦਾ ਅਰਥ ਹੁੰਦਾ ਕਿਸੇ ਦਾ ਨਾਮ ਨਾ ਹੋਣਾ, ਵਡਿਆਈ ਹੋਵੇ। ਕਿਸੇ ਦਾ ਨਾਮ ਹੋਵੇ ਤੇ ਕਰੇ ਕੌਣ? ਕਰਤਾ ਕਾਦਰ। ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਜਿਹੜਾ ਕਰਤਾ ਪੁਰਖ ਹੈ, ਉਹ ਆਪ ਕਿਸੇ ਦੀ ਵਡਿਆਈ ਕਰਾਵੇ। ਸੰਸਾਰ ਦੇ ਵਿੱਚ ਰੱਬ ਕਿਸੇ ਦੀ ਵਡਿਆਈ ਕਰਾਵੇ, ਤੇ ਜਿਹਦੀ ਵਡਿਆਈ ਰੱਬ ਕਰਾ ਦੇਵੇ ਨਾ, ਕਿਉਂ ਬੋਲ ਹੋਵੇ ਜੋ ਖੀਵਦੈ, ਤੇ ਉਹਦੀ ਵਡਿਆਈ ਨੂੰ ਕੋਈ ਮਨੁੱਖ ਆਪਣੇ ਬੋਲਾਂ ਦੇ ਨਾਲ ਕਹਿ ਕੇ ਜੋਖਣਾ ਚਾਹੇ, ਜੋਖ ਨਹੀਂ ਸਕਦਾ। ਜੋਖੀਮਨੇ ਦਾ ਅਰਥ ਹੈ ਜੋਖਣਾ, ਤੋਲ ਦੇਣਾ। ਭਾਵ ਆਪਣੇ ਸ਼ਬਦਾਂ ਦੇ ਵਿੱਚ ਕਿਸੇ ਦੀ ਵਡਿਆਈ ਨੂੰ ਤੋਲਣਾ ਤੇ ਉਹਦੀ ਵਡਿਆਈ ਨੂੰ ਤੋਲਣਾ ਜਿਹਦੀ ਵਡਿਆਈ ਰੱਬ ਨੇ ਕਰਵਾਈ ਹੋਵੇ, ਇਹ ਸੰਭਵ ਨਹੀਂ ਹੈ। ਭਾਵ ਇਹ ਹੈ ਕਿ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਦੀ ਵਡਿਆਈ ਕਰਨ ਲੱਗੇ ਹਾਂ।
ਪਰ ਪਹਿਲੇ ਪਾਤਸ਼ਾਹ ਦੀ ਵਡਿਆਈ ਨਿਰੰਕਾਰ ਵਾਹਿਗੁਰੂ ਨੇ, ਕਾਦਰ ਕਰਤਾ ਪੁਰਖ ਨੇ ਆਪ ਜਗਤ ਵਿੱਚ ਪ੍ਰਗਟ ਕੀਤੀ ਹੈ। ਤਾਂ ਸਾਡੇ ਬੋਲਾਂ 'ਚੋਂ ਤਾਕਤ ਨਹੀਂ ਹੈ ਕਿ ਅਸੀਂ ਬੋਲ ਕੇ ਜੋਖ ਦਈਏ ਗੁਰੂ ਨਾਨਕ ਸਾਹਿਬ ਦੀ ਵੀ ਇੰਨੀ ਸੰਪੂਰਨ ਵਡਿਆਈ ਹੈ। ਭਾਵ ਕਿ ਸਾਡੇ ਸ਼ਬਦਾਂ 'ਚ ਅਸੀਂ ਉਹ ਵਡਿਆਈ ਨੂੰ ਸੰਪੂਰਨ ਤੌਰ ਤੇ ਕਹਿ ਨਹੀਂ ਸਕਦੇ। ਜਿਵੇਂ ਜਦੋਂ ਭੱਟਾਂ ਦੇ ਸਵਈਏ ਪ੍ਰਾਰੰਭ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਤਾਂ ਉੱਥੇ ਪਹਿਲਾ ਸਵਈਆ ਜੋ ਗੁਰੂ ਨਾਨਕ ਸਾਹਿਬ ਦੀ ਉਸਤਤ ਦੇ ਵਿੱਚ ਆਉਂਦਾ ਹੈ, ਉੱਥੇ ਵੀ ਭੱਟ ਜੀ ਪਹਿਲਾਂ ਇਹੀ ਵਚਨ ਕਰਦੇ ਹਨ ਕਿ ਸਾਡੇ 'ਚ ਇਹ ਸਮਰੱਥਾ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਦੇ ਵਿੱਚ ਕੁਝ ਬਚਨ ਅਸੀਂ ਕਹਿ ਸਕਦੇ ਹੋਈਏ। ਅਸੀਂ ਤਾਂ ਇੰਨੇ ਹੀ ਕਹਿ ਸਕਦੇ ਹਾਂ, ਗੁਰੂ ਨਾਨਕ ਦੇਵ ਜੀ ਆਪ ਜੀ ਦੇ ਚਰਨਾਂ ਤੇ ਸਾਡੀ ਨਮਸਕਾਰ ਹੈ। ਆਪ ਜੀ ਦੇ ਚਰਨਾਂ ਤੇ ਅਸੀਂ ਆਪਣਾ ਸੀਸ ਝੁਕਾਉਂਦੇ ਹਾਂ। ਤੋ ਸੀਸ ਝੁਕਾਉਂਦੇ ਹੋਏ ਕੁਝ ਸ਼ਬਦ ਵਡਿਆਈ ਦੇ ਕਹੇ ਜਾਂਦੇ ਆ, ਬਸ ਅਸੀਂ ਤਾਂ ਇੰਨਾ ਕੁ ਹੀ ਬਿਆਨ ਕਰ ਸਕਦੇ ਹਾਂ। ਤੋ ਇਹ ਹੈ ਗੁਰੂ ਦੀ ਬੇਅੰਤ ਵਡਿਆਈ ਦੇ ਅੱਗੇ ਸਿੱਖ ਦੇ ਹਿਰਦੇ ਦੀ ਕਿਹੋ ਜਿਹੀ ਭਾਵਨਾ ਹੋਣੀ ਚਾਹੀਦੀ ਹੈ। ਉਹ ਭਾਵਨਾ ਨੂੰ ਭਾਈ ਬਲਵੰਡ ਜੀ ਹੁਣ ਇਹ ਪਹਿਲੀ ਪੰਕਤੀ 'ਚ ਦੱਸ ਰਹੇ ਨੇ। ਨਾਉ ਕਰਤਾ ਕਾਦਰ ਕਰੇ, ਕਰਤਾ ਕਾਦਰ ਪੁਰਖ ਜਿਸ ਦਾ ਨਾਮ ਜਗਤ ਵਿੱਚ ਪ੍ਰਗਟ ਕਰੇ, ਕਿਉਂ ਬੋਲ ਹੋਵੇ ਜੋ ਖੀਮਦ ਹੈ। ਬੋਲ ਕੇ ਕਿਵੇਂ ਉਹਦੀ ਵਡਿਆਈ ਨੂੰ ਜੋਖਿਆ ਜਾ ਸਕਦਾ ਹੈ। ਦੇ ਗੁਣਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀ ਵਧੈ। ਦੇ ਗੁਣਾ ਗੁਰੂ ਸਾਹਿਬ ਜੀ ਦੇ ਜਿਹੜੇ ਗੁਣ ਹਨ, ਦੈਵੀ ਗੁਣ, ਰੱਬੀ ਗੁਣ, ਦਿਵਯ ਗੁਣ, ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭੈਣ ਭਰਾਵ ਹੈ। ਭੈਣ ਭਰਾਵ ਸਹਿਜੇ ਹੀ ਗੁਰੂ ਸਾਹਿਬ ਦੇ ਨਾਲ ਵਸ ਰਹੇ ਨੇ। ਰੱਬੀ ਗੁਣ ਆਪਣੇ 'ਚ ਕੋਈ ਇੱਕ ਗੁਣ ਤੇ ਇੱਕ ਕੁਆਲਿਟੀ ਲੈ ਕੇ ਆਉਣੀ ਹੋਵੇ ਨਾ, ਬੰਦੇ ਨੂੰ ਸਾਲਾਂ ਦੇ ਸਾਲ ਉਹਦੇ ਲਈ ਐਫਰਟਸ ਕਰਨੇ ਪੈਂਦੇ ਆ। ਆਪਣੀ ਇੱਕ ਵੀ ਆਪਣੀ ਕਿਸੇ ਹੈਬਿਟ ਨੂੰ ਚੇਂਜ ਕਰਨਾ ਹੋਵੇ, ਕਿੰਨਾ ਸਟਰਗਲ ਕਰਨਾ ਪੈਂਦਾ ਹੈ। ਜੀਵਨ ਕੇ ਜਦੋਂ ਨਵਾਂ ਸਾਲ ਸ਼ੁਰੂ ਹੁੰਦਾ, ਬਹੁਤ ਲੋਕ ਇੱਦਾਂ ਦੀ ਆਪਣੇ ਮਨ ਦੇ ਨਾਲ ਇੱਕ ਕਮਿਟਮੈਂਟ ਕਰ ਲੈਂਦੇ ਆ ਵੀ ਅੱਜ ਤੋਂ ਮੈਂ ਇਹ ਕਰਾਂਗਾ, ਇਸ ਤਰ੍ਹਾਂ ਨਹੀਂ ਕਰਾਂਗਾ। ਤੇ ਦੇਖੀਦਾ ਹੈ ਕਿਸੇ ਤੋਂ ਹਫ਼ਤਾ ਚੱਲਦਾ, ਕਿਸੇ ਤੋਂ 10 ਦਿਨ ਚੱਲਦਾ, ਫਿਰ ਪਹਿਲਾਂ ਦੀ ਰੁਟੀਨ ਬਣ ਜਾਂਦੀ ਹੈ। ਤੋ ਬਹੁਤ ਗੱਲਾਂ ਨੇ। ਬਹੁਤ ਗੁਰਪੁਰਬ ਦੇ ਮੌਕਿਆਂ ਤੇ ਕਈ ਲੋਕੀ ਕਹਿਣਗੇ ਵੀ ਮਹਾਰਾਜ ਅੱਜ ਇਹ ਦਿਹਾੜਾ ਸੀ, ਅੱਜ ਤੋਂ ਇਦਾਂ ਕਰਾਂਗੇ, ਪਰ ਅੱਗੇ ਜਾ ਕੇ ਫਿਰ ਨਹੀਂ ਹੁੰਦਾ ਹੈ। ਬਹੁਤ ਚੀਜ਼ਾਂ ਨੇ। ਤੋ ਆਪਣੇ ਅੰਦਰ ਕੋਈ ਵਰਚੁਅਲ ਕੋਈ ਚੀਜ਼ ਲੈ ਕੇ ਆਉਣੀ, ਕੋਈ ਕੁਆਲਿਟੀ ਲੈ ਕੇ ਆਉਣੀ, ਕੋਈ ਗੁਣ ਲੈ ਕੇ ਆਉਣਾ, ਕੋਈ ਖਾਸੀਅਤ ਲੈ ਕੇ ਆਉਣੀ, ਕੋਈ ਵਿਸ਼ੇਸ਼ਤਾ ਲੈ ਕੇ ਆਉਣੀ, ਇਹਦੇ ਲਈ ਬਹੁਤ ਸਟਰਗਲ ਕਰਨਾ ਪੈਂਦਾ ਹੈ, ਬੜਾ ਅਭਿਆਸ ਕਰਨਾ ਪੈਂਦਾ ਹੈ। ਪਰ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਅੰਦਰ ਦੇ ਗੁਣਾ ਜੋ ਦਿਵਯ ਰੱਬੀ ਗੁਣ ਨੇ, ਐਡੀਆਂ ਬਖਸ਼ਿਸ਼ਾਂ ਨੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਹਰ ਕੋਈ ਸੀਸ ਝੁਕਾਉਂਦਾ। ਉਹਨਾਂ ਦੇ ਗਿਆਨ, ਉਹਨਾਂ ਦੀ ਮਹਾਨ ਰੱਬੀ ਸ਼ਖਸੀਅਤ ਅੱਗੇ ਨਗਮਸਤਕ ਹੁੰਦਾ ਹਰ ਕੋਈ। ਉਹ ਜਿਹੜੇ ਗੁਣ ਉਹਨਾਂ 'ਚ ਵਰਤੇ ਨਾ, ਭੈਣ ਭਰਾਵ ਹੈ। ਜਿਵੇਂ ਸਹਿਜੇ ਹੀ ਭੈਣ ਭਰਾ ਹੁੰਦੇ ਆ ਨਾ ਆਲੇ ਦੁਆਲੇ ਪਰਿਵਾਰ 'ਚ, ਕਹਿੰਦੇ ਗੁਰੂ ਨਾਨਕ ਦੇ ਅੱਗੇ ਆਲੇ ਦੁਆਲੇ ਤਾਂ ਰੱਬੀ ਗੁਣਾ ਖੇਡਦੇ ਫਿਰਦੇ ਆ। ਇਹੋ ਜਿਹੀ ਸ਼ਖਸੀਅਤ ਹੈ ਗੁਰੂ ਨਾਨਕ ਸਾਹਿਬ ਦੀ। ਪਾਰੰਗਤ ਦਾਨ ਪੜੀ ਵਧੈ, ਤੇ ਜਿਹੜੀ ਅਵਸਥਾ ਹੈ ਉਹਨਾਂ ਦੀ ਪਾਰੰਗਤ ਹੈ। ਪਾਰੰਗਤ ਕਹੀਏ ਬਹੁਤ ਉੱਚੀ। ਪਾਰੰਗਤ ਵੈਸੇ ਕਿਹਾ ਜਾਂਦਾ ਜਦੋਂ ਕੋਈ ਕਿਸੇ ਚੀਜ਼ 'ਚ ਪਰਫੈਕਟ ਹੋ ਜਾਏ, ਉਹਦੇ ਲਈ ਸੰਸਕ੍ਰਿਤ ਦੇ ਵਿੱਚ ਸ਼ਬਦ ਪਾਰੰਗਤ ਵਰਤ ਲੈਂਦੇ ਆ। ਪਰਫੈਕਸ਼ਨ ਆ ਜਾਣੀ ਕਿਸੇ ਚੀਜ਼ 'ਚ, ਪਰਫੈਕਟ ਹੋ ਜਾਣਾ, ਪਿੱਛੇ ਕੋਈ ਕਮੀ ਨਾ ਰਹਿ ਜਾਣੀ। ਗੁਰੂ ਨਾਨਕ ਸਾਹਿਬ ਐਸੇ ਨੇ ਜੋ ਆਪਣੇ ਆਪ 'ਚ ਸੰਪੂਰਨ ਹਨ, ਤੇ ਉਹਨਾਂ ਨੇ ਦਾਨ ਪੜੀ ਵਧੈ, ਤੇ ਉਹਨਾਂ ਤੋਂ ਜਿਹੜਾ ਦਾਨ ਹੈ ਇਹ ਰੱਬੀ ਗੁਣਾਂ ਦਾ, ਰੱਬੀ ਬਖਸ਼ਿਸ਼ਾਂ ਦਾ ਦਾਨ ਅੱਗੇ ਜਗਤ ਨੂੰ ਮਿਲਿਆ ਹੈ। ਤਾਂ ਪਹਿਲੀਆਂ ਦੋ ਪੰਕਤੀਆਂ ਦਾ ਅਰਥ ਗੁਰੂ ਨਾਨਕ ਦੇ ਅੰਦਰ ਉਹਨਾਂ ਦੀ ਜਿਹੜੀ ਵਡਿਆਈ ਹੈ ਉਹ ਰੱਬ ਨੇ ਕਰਾਈ ਹੈ। ਜਿਹਦੀ ਵਡਿਆਈ ਕਰਤਾ ਪੁਰਖ ਆਪ ਕਰਵਾਵੇ, ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਭਾਵ ਗੁਰੂ ਅੱਗੇ ਨਿਮਰਤਾ ਧਾਰਨ ਕਰਕੇ ਗੁਰੂ ਦੀ ਬੇਅੰਤਤਾਈ ਦਾ ਮਹਾਨ ਖਿਆਲ ਆਪਣੇ ਅੰਦਰ ਸਮੋ ਕੇ ਇਹ ਵਚਨ ਕਹੇ। ਦੂਜੀ ਗੱਲ, ਜਿਹੜੇ ਗੁਣਾਂ ਨੂੰ ਪ੍ਰਾਪਤ ਕਰਨ ਲਈ ਵੱਡਾ ਯਤਨ ਕਰਨਾ ਪੈਂਦਾ, ਇਹੋ ਜਿਹੇ ਗੁਣ ਗੁਰੂ ਨਾਨਕ ਸਾਹਿਬ ਦੇ ਅੱਗੇ ਸਹਿਜ ਸੁਭਾਇਕ ਹੀ, ਜਿਵੇਂ ਭੈਣ ਭਰਾ ਆਲੇ ਦੁਆਲੇ ਇੱਕ ਦੂਜੇ ਦੇ ਫਿਰਦੇ ਆ, ਇੱਦਾਂ ਗੁਰੂ ਨਾਨਕ ਸਾਹਿਬ ਦੇ ਆਲੇ ਦੁਆਲੇ ਸਹਿਜ ਸੁਭਾਈ ਇਹਨਾਂ ਗੁਣਾਂ ਦਾ ਵਾਸਾ ਹੈ। ਤੇ ਗੁਰੂ ਨਾਨਕ ਸਾਹਿਬ ਆਪ ਹਰ ਇੱਕ ਤਰੀਕੇ ਨਾਲ ਪਾਰੰਗਤ ਨੇ, ਪਰਫੈਕਟ ਨੇ, ਉਹਨਾਂ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਆਦਿਕ ਨਹੀਂ ਹੈ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ, ਲਹਿਨੇ ਧਰਿਓਣ ਛਤ ਸਿਰ
ਕਰ ਸਿਫਤੀ ਅੰਮ੍ਰਿਤ ਪੀਵਦੈ। ਹੁਣ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਹੋਰ, ਨਾਨਕ ਰਾਜ ਚਲਾਇਆ। ਨੰਨੇ ਨੂੰ ਕੰਨਾ ਨੰਨਾ, ਕੱਕਾ ਕੱਕੇ ਨੂੰ ਸਿਹਾਰੀ। ਇਹਦਾ ਅਰਥ ਹੋਵੇਗਾ ਨਾਨਕ ਨੇ। ਸਿਹਾਰੀ ਦਾ ਅਰਥ ਇਦਾਂ ਸੰਬੰਧਕ ਹੀ ਨਿਕਲੇਗਾ ਨੇ। ਗੁਰੂ ਨਾਨਕ ਸਾਹਿਬ ਦੀ ਹੀ ਗੱਲ ਕੀਤੀ ਜਾ ਰਹੀ ਹੈ। ਇੱਥੇ ਅਰਥ ਇਦਾਂ ਨਹੀਂ ਹੋ ਸਕੇਗਾ ਹੇ ਨਾਨਕ, ਜਿਵੇਂ ਆਪਾਂ ਆਮ ਤੌਰ ਤੇ ਅਰਥ ਕਰਦੇ ਹਾਂ, ਇਦਾਂ ਨਹੀਂ ਹੋਏਗਾ। ਇੱਥੇ ਅਰਥ ਹੋਏਗਾ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਸੰਸਾਰ ਦੇ ਉੱਪਰ? ਰਾਜ ਚਲਾਇਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਦੇ ਵਿੱਚ ਰਾਜ ਚਲਾਇਆ। ਗੁਰੂ ਨਾਨਕ ਸਾਹਿਬ ਨੇ ਰਾਜ ਚਲਾਇਆ। ਇੱਥੋਂ ਹੁਣ ਇਹ ਗੱਲ ਸਪਸ਼ਟ ਹੋ ਗਈ। ਦੇਖੋ, ਇਤਿਹਾਸਕ ਤੌਰ ਤੇ ਸਾਡੇ ਕੋਲ ਇੱਕ ਦਸਤਾਵੇਜ਼ ਆ ਗਿਆ ਕਿ ਗੁਰੂ ਨਾਨਕ ਦਾ ਜਿਹੜਾ ਧਰਮ ਹੈ, ਜਿਵੇਂ ਕੋਈ ਰਾਜਾ ਰਾਜ ਚਲਾਉਂਦਾ ਨਾ, ਵੀ ਇੱਕ ਨਵਾਂ ਰਾਜ ਚੱਲਿਆ ਇੱਥੇ। ਮਤਲਬ ਪਿਛਲਿਆਂ ਦੇ ਨਾਲ ਹੁਣ ਇੱਥੇ ਕੋਈ ਕੰਸਰਨ ਨਹੀਂ ਹੈ, ਤੇ ਭਾਵ ਗੁਰੂ ਨਾਨਕ ਇੱਕ ਨਵਾਂ ਰਾਜ ਚਲਾ ਰਹੇ ਨੇ, ਇੱਕ ਨਵਾਂ ਵਿਧਾਨ ਚਲਾ ਰਹੇ ਨੇ ਇੱਥੋਂ ਆ ਕੇ। ਇਹ ਆਪਣੇ ਕੋਲ ਇੱਕ ਇਤਿਹਾਸਕ ਦਸਤਾਵੇਜ਼ ਹੋ ਗਿਆ। ਜਿਵੇਂ ਭਾਈ ਰਤਨ ਸਿੰਘ ਭੰਗੂ ਨੂੰ ਕੈਪਟਨ ਮਰਰੇ ਨੇ ਪੁੱਛਿਆ ਸੀ। ਪਹਿਲਾਂ ਤਾਂ ਬੂਟੇ ਸ਼ਾਹ ਤੋਂ ਕੈਪਟਨ ਮਰਰੇ ਨੇ ਸਿੱਖਾਂ ਦਾ ਇਤਿਹਾਸ ਲਿਖਾਉਣਾ ਸ਼ੁਰੂ ਕੀਤਾ। ਬੂਟੇ ਸ਼ਾਹ ਨੇ ਗੁਰੂ ਸਾਹਿਬ ਦੇ ਸਿੱਖਾਂ ਬਾਰੇ, ਇਤਿਹਾਸ ਬਾਰੇ ਬਹੁਤ ਗਲਤ ਬਿਆਨੀਆਂ ਕੀਤੀਆਂ। ਤਾਂ ਰਤਨ ਸਿੰਘ ਭੰਗੂ, ਸਰਦਾਰ ਮਹਿਤਾਬ ਸਿੰਘ ਜੀ ਨੇ ਮੱਸੇ ਰੰਗੜ ਦਾ ਸਿਰ ਵੱਢਿਆ, ਉਹਦੇ ਪਰਿਵਾਰ ਚੋਂ ਇਹ ਬੰਦਾ ਕੈਪਟਨ ਮਰਰੇ ਕੋਲ ਜਾਂਦਾ ਤੇ ਜਾ ਕੇ ਕਹਿੰਦਾ ਮੈਨੂੰ ਇਤਰਾਜ਼ ਹੈ। ਕਹਿੰਦਾ ਕਿਹੜੀ ਗੱਲ ਤੇ? ਕਹਿੰਦਾ ਜਿਹੜੀਆਂ ਗੱਲਾਂ ਤੂੰ ਇਤਿਹਾਸ ਬਾਬਤ ਲਿਖ ਰਿਹਾ ਸਹੀ ਨਹੀਂ। ਕਹਿੰਦਾ ਫਿਰ ਸਹੀ ਕੀ ਆ? ਕਹਿੰਦਾ ਮੈਂ ਤੈਨੂੰ ਦੱਸਣਾ ਸਹੀ ਕੀ ਆ। ਪਹਿਲੀ ਗੱਲ ਇਹ ਦੱਸ ਤੂੰ ਹੈ ਕੌਣ? ਇਹਨੇ ਦੱਸਿਆ ਵੀ ਮੈਂ ਬਜ਼ੁਰਗਾਂ ਚੋਂ ਐ। ਸਾਡੇ ਬਜ਼ੁਰਗਾਂ ਨੇ ਘੱਲੂ ਘਾਰੇ ਦੇਖੇ, ਸਾਡੇ ਬਜ਼ੁਰਗਾਂ ਨੇ ਜੋ ਸਾਡੇ ਵੱਡੇ ਇਤਿਹਾਸਕ ਕਾਰਨਾਮੇ ਕੀਤੇ, ਮੈਂ ਉਹ ਪਰਿਵਾਰ ਚੋਂ ਐ, ਤੇ ਇਹ ਗੱਲਾਂ ਸਾਡੇ ਸੀਨਾ ਵਸੀਨਾ ਖਾਨਦਾਨਾਂ 'ਚ ਚੱਲਦੀਆਂ ਆ ਰਹੀਆਂ। ਮੈਂ ਤੁਹਾਨੂੰ ਦੱਸਾਂਗਾ ਸਿੱਖੀ ਕੀ ਹੈ। ਫਿਰ ਜੋ ਗੱਲਾਂ ਇਹਨਾਂ ਨੇ ਦੱਸੀਆਂ ਕੈਪਟਨ ਮਰਰੇ ਨੂੰ, ਪਹਿਲੀ ਗੱਲ ਇਹਨਾਂ ਨੇ ਕਹੀ ਵੀ ਉਹ ਕਹਿੰਦਾ ਵੀ ਤੁਹਾਡਾ ਧਰਮ ਤੇ ਹਿੰਦੂ ਧਰਮ ਦਾ ਹੀ ਰੂਪ ਹੈ। ਇਹ ਕਹਿੰਦਾ ਵੀ ਨਹੀਂ, ਹਿੰਦੂ ਧਰਮ ਦਾ ਰੂਪ ਨਹੀਂ, ਇਹ ਵੱਖਰਾ ਹੈ। ਤੇ ਤੁਸੀਂ ਰਾਜੇ ਕਿਵੇਂ ਕਹਾਉਣੇ ਆਪਣੇ ਆਪ ਨੂੰ? ਸਿੱਖ ਆਪਣੇ ਆਪ ਨੂੰ ਬਾਦਸ਼ਾਹਤ, ਰਾਜ ਦੇ ਵਿੱਚ ਰਾਜ ਦੇ ਹੱਕਦਾਰ ਕਿਉਂ ਕਹਾਉਣੇ? ਤੁਸੀਂ ਐਡਾ ਸੰਘਰਸ਼ ਕਿਉਂ ਕਰ ਰਹੇ? ਤਾਂ ਇਹਨੇ ਦੱਸਿਆ ਵੀ ਸਾਨੂੰ ਰਾਜੇ ਹੋਣ ਦਾ ਜਾਂ ਰਾਜ ਦਾ ਮਾਣ ਗੁਰੂ ਨਾਨਕ ਤੋਂ ਮਿਲਿਆ। ਕਿੱਥੋਂ ਮਿਲਿਆ? ਗੁਰੂ ਨਾਨਕ ਸਾਹਿਬ ਤੋਂ ਮਿਲਿਆ। ਫਿਰ ਉਹ ਇਹ ਪ੍ਰਮਾਣ ਦਿੰਦਾ ਹੈ ਬਾਣੀ ਦੇ ਵਿੱਚੋਂ ਕਿ ਸਾਡਾ ਸਭ ਤੋਂ ਪਹਿਲਾ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੋਏ ਨੇ। ਤੋ ਇਹ ਜਿਹੜੀ ਪੰਕਤੀ ਹੈ, ਨਾਨਕ ਰਾਜ ਚਲਾਇਆ। ਗੁਰੂ ਨਾਨਕ ਦਾ ਇਹ ਰਾਜ ਚਲਾਇਆ ਸੰਸਾਰ ਤੇ ਆ ਕੇ, ਇੱਕ ਵੱਖਰਾ ਰਾਜ ਪ੍ਰਬੰਧ, ਇੱਕ ਵੱਖਰਾ ਸਿਸਟਮ ਚਲਾਇਆ। ਤੇ ਉਹ ਰਾਜ ਕਿਹੋ ਜਿਹਾ ਚਲਾਇਆ? ਇੱਥੋਂ ਆ ਕੇ ਆਪਾਂ ਨੂੰ ਹੁਣ ਪਤਾ ਲੱਗ ਗਿਆ ਵੀ ਇੱਕ ਵੱਖਰੀ ਕੌਮ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸੱਚ ਕੋਟ ਸਤਾਣੀ ਨੀਮ ਦੇ। ਸੱਚ ਦਾ ਅਰਥ ਹੋ ਗਿਆ ਸਚਾਈ। ਕੋਟ ਸ਼ਬਦ ਗੁਰਬਾਣੀ ਚ ਆਉਂਦਾ ਹੈ, ਕਈ ਅਰਥਾਂ ਵਿੱਚ ਆਵੇਗਾ। ਕੋਟੀ, ਕੋਟ, ਕੋਟ, ਕਰੋੜਾਂ ਹੀ। ਕਰੋੜਾਂ ਦੀ ਗਿਣਤੀ ਦਾ ਜਦੋਂ ਜ਼ਿਕਰ ਗੁਰੂ ਸਾਹਿਬ ਕਰਨਗੇ ਤਾਂ ਉਦੋਂ ਕੋਟ ਸ਼ਬਦ ਵਰਤਦੇ ਹਨ। ਇਹਦੇ ਨਾਲ ਹੀ ਜਦੋਂ ਕਿਸੇ ਕਿਲੇ ਦਾ ਜ਼ਿਕਰ ਆਵੇਗਾ, ਕਿਲੇ ਦਾ ਜ਼ਿਕਰ ਆਵੇਗਾ ਤਾਂ ਵੀ ਕੋਟ ਸ਼ਬਦ ਵਰਤਿਆ ਜਾਂਦਾ। ਜਿਸ ਤਰ੍ਹਾਂ ਅੱਜ ਕੱਲ੍ਹ ਪਾਰਲੀਮੈਂਟ ਹੁੰਦੀ ਹੈ, ਵਿਧਾਨ ਸਭਾ ਹੋ ਗਈ, ਰਾਜ ਸਭਾ ਹੋ ਗਈ, ਜਿੱਥੋਂ ਰਾਜ ਦਾ ਸਾਰਾ ਕੰਮ ਕਾਨੂੰਨ ਬਣਾਏ ਜਾਂਦੇ, ਕੀਤਾ ਜਾਂਦਾ। ਤੋ ਇੱਦਾਂ ਹੀ ਪਹਿਲੇ ਸਮਿਆਂ 'ਚ ਕਿਲੇ ਹੁੰਦੇ ਸੀ, ਰਾਜ ਦਰਬਾਰ, ਰਾਜ ਕਿਲੇ। ਤੋ ਕਿਲੇ ਦੇ ਵਿੱਚ ਬਾਦਸ਼ਾਹ ਬਹਿੰਦਾ ਸੀ ਤੇ ਉੱਥੋਂ ਸਾਰਾ ਰਾਜ ਪ੍ਰਬੰਧ ਅੱਗੇ ਚੱਲਦਾ ਹੁੰਦਾ ਸੀ। ਹੁਣ ਗੁਰੂ ਨਾਨਕ ਦੇਵ ਜੀ ਨੇ ਰਾਜ ਤਾਂ ਚਲਾਇਆ, ਰਾਜ ਲਈ ਕਿਲਾ ਕਾਹਦਾ ਬਣਾਇਆ ਹੈ? ਕਿਹੜਾ ਕਿਲਾ ਹੈ ਜਿਸ ਕਿਲੇ ਦੇ ਵਿੱਚੋਂ ਸਾਰਾ ਪ੍ਰਬੰਧ ਚੱਲਣਾ ਹੈ? ਤਾਂ ਭਾਈ ਸਾਹਿਬ ਜੀ, ਭਾਈ ਬਲਵੰਡ ਜੀ ਕਹਿ ਰਹੇ ਨੇ, ਨਾਨਕ ਰਾਜ ਚਲਾਇਆ ਸੱਚ ਕੋਟ, ਸੱਚ ਦਾ ਕਿਲਾ ਹੈ। ਗੁਰੂ ਨਾਨਕ ਦਾ ਰਾਜ ਸੱਚ ਦੇ ਕਿਲੇ 'ਚੋਂ ਚੱਲਦਾ ਹੈ। ਗੁਰੂ ਨਾਨਕ ਦੇ ਰਾਜ ਵਿੱਚ ਕਿਤੇ ਝੂਠ ਦੀ ਗੱਲ ਨਹੀਂ ਹੋਏਗੀ। ਗੁਰਸਿੱਖੀ ਦਾ ਰਸਤਾ ਸੱਚ ਦਾ ਰਸਤਾ ਹੈ। ਸੱਚੋਂ ਔਰੈ ਸਭ ਕੋ ਉਪਰ, ਸੱਚ ਆਚਾਰ, ਸੱਚੇ ਆਚਰਨ ਦਾ, ਸੱਚੇ ਜੀਵਨ ਦਾ। ਰੱਬ ਨੂੰ ਵੀ ਜਦੋਂ ਯਾਦ ਕੀਤਾ, ਸਤ ਨਾਮ ਕਿਹਾ ਮੂਲ ਮੰਤਰ ਦੇ ਵਿੱਚ। ਫਿਰ ਉਹ ਸਤ ਕਦੋਂ ਤੱਕ ਹੈ? ਉਹ ਦੱਸਿਆ ਵੀ ਹਰ ਇੱਕ ਯੁੱਗ ਦੇ ਵਿੱਚ ਉਹੀ ਸਤ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਤੋ ਇੱਥੇ ਸੱਚ ਦੇ ਗੱਲ ਖੜੀ ਹੈ।
ਤੋ ਸੱਚ ਦੀ ਹੀ ਗੱਲ ਕੀਤੀ, ਸੱਚ ਹੀ ਜੀਵਨ 'ਚ ਕਮਾਇਆ ਜਾਂਦਾ। ਗੁਰੂ ਨਾਨਕ ਦਾ ਰਾਜ ਸੱਚ ਦੇ ਕਿਲੇ 'ਚੋਂ ਚੱਲਦਾ ਹੈ ਕਿ ਕੇਵਲ ਇਹ ਕਹਿਣ ਦੀਆਂ ਗੱਲਾਂ ਨੇ। ਕਈ ਵਾਰੀ ਗੱਲਾਂ ਕਹਿਣ ਦੀਆਂ ਹੁੰਦੀਆਂ ਨਾ, ਆਪ ਜੀ ਨੇ ਕਿਹਾ ਨਹੀਂ, ਸਤਾਣੀ ਨੀਂਵ ਹੈ। ਸਤਾਣੀ ਦਾ ਅਰਥ ਹੁੰਦਾ ਸੱਤਾ, ਸੱਤਾ ਦਾ ਅਰਥ ਹੁੰਦਾ ਤਾਕਤ, ਜ਼ੋਰ ਵਾਲੀ। ਨੀਂਵ ਹੈ, ਨੀਂਹ ਹੁੰਦੀ ਹੈ ਘਰ ਦੀ ਫਾਊਂਡੇਸ਼ਨ, ਕਿਲੇ ਦੀ ਫਾਊਂਡੇਸ਼ਨ। ਜਿੱਥੇ ਕਿਲਾ ਉਸਾਰਿਆ ਜਾ ਰਿਹਾ, ਘਰ ਬਣਾਇਆ ਜਾ ਰਿਹਾ, ਉਹਦੀ ਨੀਂਹ ਜਿੰਨੀ ਮਜ਼ਬੂਤ ਹੋਵੇਗੀ ਉਨਾ ਵੱਡਾ ਮਹਿਲ ਉਸ ਦੇ ਉੱਪਰ ਉਸਾਰਿਆ ਜਾ ਸਕੇਗਾ। ਗੁਰੂ ਨਾਨਕ ਨੇ ਜੋ ਸੱਚ ਦੀ ਗੱਲ ਕੀਤੀ ਹੈ, ਇਹਦੀ ਨੀਂਹ ਸਤਾਣੀ, ਸੱਤਾ ਵਾਲੀ, ਬੜੇ ਜ਼ੋਰ ਵਾਲੀ ਨੀਂਹ ਰੱਖੀ ਹੈ। ਕੇਵਲ ਉਦਾਂ ਹੀ ਨਹੀਂ ਵੀ ਸਿਧਾਂਤ ਜੇ ਦੇ ਦਿੱਤੇ ਵੀ ਚੱਲ ਐਂ ਕਰ ਲਓ, ਐਂ ਕਰ ਲਓ, ਇਹ ਚੀਜ਼ ਨਹੀਂ ਹੈ। ਗੁਰੂ ਨਾਨਕ ਨੇ ਸੱਚ ਤੇ ਐਡੀ ਤਕੜੀ ਨੀਂਹ ਰੱਖੀ ਹੈ ਕਿ ਉਹਦੇ ਤੇ ਕਿਲਾ ਸੱਚ ਦਾ ਜਿੱਡਾ ਉੱਚਾ ਮਰਜ਼ੀ ਉਸਾਰ ਲਓ। ਤੋ ਉਹ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ ਸੱਚ ਦੀ। ਇਹ ਆਪ ਜੀ ਇੱਥੇ ਪ੍ਰਗਟ ਕਰਕੇ ਦੱਸ ਰਹੇ ਹਨ। ਤੇ ਇਹੀ ਕਾਰਨ ਹੈ ਜੋ ਗੁਰੂ ਨਾਨਕ ਸਾਹਿਬ ਨੇ ਨੀਹਾਂ ਰੱਖੀਆਂ। ਅੱਜ ਵੀ ਜਦੋਂ ਕੋਈ ਗੱਲ ਹੁੰਦੀ ਹੈ, ਇੱਧਰੋਂ ਉੱਧਰੋਂ ਮਸਲਾ ਘੁੰਮ ਫਿਰਾ ਕੇ ਅਖੀਰ ਗੁਰੂ ਨਾਨਕ ਸਾਹਿਬ ਦੇ ਵਿਚਾਰ ਤੇ ਉਹਨਾਂ ਦੇ ਉਪਦੇਸ਼ ਤੇ ਜਾ ਕੇ ਗੱਲ ਖੜ ਜਾਂਦੀ ਹੈ ਵੀ ਆਹ ਗੱਲ ਕਹੀ ਹੈ ਗੁਰੂ ਨੇ। ਅੱਜ ਅਸੀਂ ਜਿੰਨੇ ਵੀ ਵੰਡੇ ਜਾਈਏ, ਕੁਝ ਵੀ ਹੋ ਜਾਈਏ, ਅਖੀਰ ਗੁਰੂ ਨਾਨਕ ਸਾਹਿਬ ਤੇ ਜਾ ਕੇ ਗੱਲ ਖੜ ਜਾਂਦੀ ਹੈ ਵੀ ਸਾਰਿਆਂ ਦੀ ਬਾਣੀ ਇਕੱਠੀ ਕਰਕੇ ਤਾਂ ਉਹ ਆਪ ਲੈ ਕੇ ਆਏ। ਉਹਨਾਂ ਦਾ ਮਿਸ਼ਨ ਸਾਨੂੰ ਜੋੜਨਾ ਸੀ ਤੇ ਅਸੀਂ ਕਿੱਧਰ ਨੂੰ ਤੁਰ ਪਏ। ਜਦੋਂ ਅੱਜ ਵੀ ਸਿੱਖਾਂ ਦੇ ਕਰਮ ਕਾਂਡਾਂ ਦੀ ਗੱਲ ਹੁੰਦੀ ਹੈ ਤਾਂ ਜਾ ਕੇ ਗੱਲ ਗੁਰੂ ਨਾਨਕ ਸਾਹਿਬ ਤੇ ਖੜ ਜਾਂਦੀ ਹੈ ਵੀ ਗੁਰੂ ਨਾਨਕ ਸਾਹਿਬ ਨੇ ਤਾਂ ਆਪ ਕਰਮ ਕਾਂਡ ਖੰਡਨ ਕੀਤਾ, ਤੁਸੀਂ ਕਿੱਧਰ ਨੂੰ ਉਲਝ ਗਏ ਬਈ। ਜਦੋਂ ਵੀ ਸਿੱਖ ਕੌਮ ਦੀ ਵੱਖਰੀ ਹੋਣ ਦੀ ਗੱਲ ਚੱਲਦੀ ਹੈ, ਗੁਰੂ ਨਾਨਕ ਸਾਹਿਬ ਦੇ ਜਨੇਊ ਨਾ ਪਾਉਣ ਤੇ ਜਾ ਕੇ ਗੱਲ ਖੜ ਜਾਂਦੀ ਹੈ। ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਨੀਂਹ ਰੱਖੀ, ਇਹਦੇ ਵਿੱਚ ਕਿਰਤ ਕਰਨਾ, ਇਹਦੇ ਵਿੱਚ ਫਿਰ ਨਾਮ ਜਪਣਾ, ਇਹ 'ਚ ਵੰਡ ਕੇ ਛਕਣਾ। ਕਿਰਤ ਦੇ ਨਾਲ ਸਿੱਖਾਂ ਨੂੰ ਆਪਣੇ ਪੈਰਾਂ ਤੇ ਖੜਾ ਦਿੱਤਾ, ਕਿਉਂਕਿ ਬੁੱਧ ਧਰਮ ਵੀ ਕਿਸੇ ਵੇਲੇ ਭਾਰਤ ਦੀ ਧਰਤੀ 'ਚ ਵਧਿਆ ਫੁੱਲਿਆ, ਚਾਰੇ ਪਾਸੇ ਜੈ ਜੈਕਾਰ ਹੋ ਗਈ। ਪਰ ਅਖੀਰ ਬੁੱਧ ਧਰਮ ਮਾਰ ਕਿੱਥੋਂ ਖਾ ਗਿਆ, ਕਿਉਂਕਿ ਬੁੱਧ ਧਰਮ ਦੇ ਜਿੰਨੇ ਵੀ ਪ੍ਰਚਾਰਕ ਸੀ ਉਹਨਾਂ ਨੂੰ ਭਿਕਸ਼ੂ ਕਹਿੰਦੇ ਸੀ। ਉਹ ਭਿੱਖਿਆ ਮੰਗ ਕੇ ਗੁਜ਼ਾਰਾ ਕਰਦੇ ਸੀ। ਬਹੁਤੇ ਭਿਕਸ਼ੂਆਂ ਨੂੰ ਰਾਜੇ ਵੱਲੋਂ ਭਿੱਖਿਆ ਮਿਲਦੀ ਹੁੰਦੀ ਸੀ। ਖਜ਼ਾਨਾ ਸਾਲ 6 ਮਹੀਨੇ ਬਾਅਦ ਖਰਚਾ ਮਿਲ ਜਾਣਾ ਤੇ ਉਹਨਾਂ ਨੇ ਕੰਮ ਚਲਾਉਣਾ। ਜਦੋਂ ਰਾਜੇ ਬੁੱਧ ਧਰਮ ਤੋਂ ਮੁੱਖ ਮੋੜ ਗਏ ਤਾਂ ਉਹਨਾਂ ਦੇ ਖਰਚੇ ਬੰਦ ਹੋ ਗਏ, ਖਰਚੇ ਬੰਦ ਹੋ ਗਏ ਤੇ ਫਿਰ ਉਹਨਾਂ ਦਾ ਪ੍ਰਚਾਰ ਬੰਦ ਹੋ ਗਿਆ, ਪ੍ਰਚਾਰ ਬੰਦ ਹੋ ਗਿਆ ਤੇ ਅਖੀਰ ਬੁੱਧ ਧਰਮ ਖਤਮ ਹੋ ਗਿਆ। ਤੋ ਗੁਰੂ ਨਾਨਕ ਨੇ ਕਿਹਾ ਮੇਰਾ ਸਿੱਖ ਉਹ ਹੋਏਗਾ ਜਿਹੜਾ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤੋ ਗੁਰੂ ਨਾਨਕ ਨੇ ਜਿਹੜੀ ਨੀਂਹ ਰੱਖੀ ਹੈ ਸਤਾਣੀ, ਸੱਤਾ ਵਾਲੀ, ਜ਼ੋਰ ਵਾਲੀ, ਬੜੀ ਵੱਡੀ, ਬਹੁਤ ਚੰਗੀ ਐਸੀ ਫਾਊਂਡੇਸ਼ਨ ਰੱਖੀ ਹੈ ਵੀ ਉਹਤੇ ਸੱਚ ਦਾ ਕਿਲਾ ਖੜਾ ਦਿੱਤਾ ਹੈ। ਇਹ ਕਿਲੇ ਨੂੰ ਕੋਈ ਹਿਲਾ ਨਹੀਂ ਸਕਦਾ। ਭਾਈ ਬਲਵੰਡ ਜੀ ਕਿੱਡੀ ਜ਼ਬਰਦਸਤ ਵਿਆਖਿਆ ਗੁਰੂ ਨਾਨਕ ਦੀ ਸੱਚੇ ਪਾਤਸ਼ਾਹ ਦੀ ਫਿਲਾਸਫੀ ਦੀ ਕਰ ਰਹੇ ਹਨ। ਤੋ ਗੁਰੂ ਨਾਨਕ ਮੇਰਾ ਪਾਤਸ਼ਾਹ ਐਸਾ ਹੈ ਜਿਹਦੀ ਵਡਿਆਈ ਰੱਬ ਨੇ ਆਪ ਕੀਤੀ, ਕਰਾਈ ਹੈ। ਅਸੀਂ ਕਿਵੇਂ ਬਿਆਨ ਕਰੀਏ ਕਿ ਕਿੰਨੀਆਂ ਕੋਰੀਆਂ ਸਿਫਤਾਂ ਨੇ। ਰੱਬੀ ਗੁਣ ਤਾਂ ਉਹਦੇ ਅੱਗੇ ਆਲੇ ਦੁਆਲੇ ਖੇਡਦੇ ਫਿਰਦੇ ਆ। ਐਸੀ ਸ਼ਖਸੀਅਤ ਆ ਉਹ, ਤੇ ਐਸਾ ਰਾਜ ਚਲਾ ਦਿੱਤਾ ਹੈ ਜਿਹੜਾ ਸੱਚ ਦੇ ਕਿਲੇ 'ਚ ਚੱਲ ਰਿਹਾ। ਤੇ ਉਹ ਕਿਲੇ ਦੀ ਨੀਂਹ ਐਡੀ ਕੋਈ ਜ਼ਬਰਦਸਤ ਹੈ, ਹਿਲਾਈ ਨਹੀਂ ਜਾ ਸਕਦੀ। ਇਹ ਮੇਰੇ ਪਾਤਸ਼ਾਹ ਦੇ ਗੁਣ ਹਨ। ਹਾਂਜੀ। ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪੁਰਾ ਕੋਈ ਜੀਦੈ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵਦੈ। ਤੋ ਸਾਧ ਸੰਗਤ ਜੀ, ਦੂਸਰੀ ਪੰਕਤੀ। ਹੁਣ ਗੁਰੂ ਨਾਨਕ ਦੇਵ ਜੀ ਨੇ ਰਾਜ ਚਲਾ ਦਿੱਤਾ ਤੇ ਉਹ ਰਾਜ ਦਾ ਅੱਗੇ ਕੀ ਕੀਤਾ ਗੁਰੂ ਸਾਹਿਬ ਨੇ? ਲਹਿਣੇ ਧਰਿਉਣ ਛੱਤ ਸਿਰ, ਕਰ ਸਿਫਤੇ ਅੰਮ੍ਰਿਤ ਪੀਵਦੈ। ਗੁਰੂ ਨਾਨਕ ਦੇਵ ਜੀ ਨੇ ਜਿਹੜਾ ਰਾਜ ਚਲਾਇਆ ਨਾ, ਲੈਣੇ ਧਰਿਉਣ ਛੱਤ ਸਿਰ। ਛੱਤ ਦਾ ਅਰਥ ਹੈ ਛਤਰ। ਇੱਕ ਤਾਂ ਛੱਤ ਹੁੰਦੀ ਹੈ ਘਰ ਦੀ ਛੱਤ, ਉਸੇ ਦੀ ਭਾਵ ਹੈ ਛਤਰ, ਸੀਸ ਦੇ ਉੱਪਰ ਛਤਰ ਝੂਲਣਾ। ਇੱਕ ਤੇ ਛੱਤ ਦੇ ਹੇਠਾਂ ਸਾਰੇ ਬੈਠੇ ਨੇ, ਪਰ ਇੱਕ ਛੱਤ ਦੇ ਹੇਠਾਂ ਬੈਠਿਆਂ ਦੇ ਵਿੱਚ ਵੀ ਇੱਕ ਦੇ ਉੱਪਰ ਦੀ ਹੋਰ ਇੱਕ ਛੱਤ ਬਣਾ ਦੇਣੀ, ਹੋਰ ਛਤਰ ਚਲਾ ਦੇਣਾ। ਇਹਦਾ ਮਤਲਬ ਉਹ ਵਿਸ਼ੇਸ਼ ਹੈ। ਜਿਵੇਂ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਹੁੰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਉੱਪਰ ਦੀ ਇੱਕ ਚੰਦੋਆ ਤਾਣ ਦਿੱਤਾ ਜਾਂਦਾ। ਇਹਦਾ ਮਤਲਬ ਇਹ ਵਿਸ਼ੇਸ਼ ਨੇ। ਇੱਦਾਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਜੋ ਸੱਚ ਦਾ ਰਾਜ ਚਲਾਇਆ, ਇਹ ਸੱਚ ਦਾ ਛਤਰ, ਇਸ ਰਾਜ ਦਾ ਅੱਗੇ ਮਾਲਕ
ਲਹਿਣੇ ਧਰਿਓ ਛੱਤ ਸਿਰ। ਭਾਈ ਲਹਿਣਾ ਜੀ ਦੇ ਸੀਸ ਤੇ ਉਹ ਛਤਰ ਚਲਾਇਆ। ਅੱਗੇ ਜ਼ਿੰਮੇਵਾਰੀ ਦਿੱਤੀ। ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਨੇ ਇੱਥੇ ਆ ਕੇ ਗੱਲ ਖਤਮ ਕਰ ਦਿੱਤੀ, ਇਹ ਰਾਜ ਨੂੰ ਅੱਗੇ ਦੀ ਅੱਗੇ ਚਲਾਇਆ ਤੇ ਉਹ ਛਤਰ ਭਾਈ ਲਹਿਣਾ ਜੀ ਦੇ ਸੀਸ ਉੱਪਰ ਝੁਲਾ ਦਿੱਤਾ। ਪਿਛਲੇ ਦਿਨੀ ਵੀ ਮੈਂ ਵਿਚਾਰ ਕੀਤੀ ਸੀ ਵੀ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਦੂਜੇ ਪਾਤਸ਼ਾਹ ਇੱਕ ਐਸੇ ਪਾਤਸ਼ਾਹ ਹੋਏ ਨੇ ਜਿਨ੍ਹਾਂ ਦੇ ਦੋਹੇ ਨਾਂ ਗੁਰਬਾਣੀ ਦੇ ਵਿੱਚ ਆਏ ਨੇ। ਗੁਰੂ ਨਾਨਕ ਸਾਹਿਬ ਦਾ ਨਾਮ ਗੁਰੂ ਨਾਨਕ ਕਰਕੇ ਹੀ ਆਉਂਦਾ ਹੈ, ਗੁਰੂ ਅਮਰਦਾਸ ਜੀ ਦਾ ਨਾਮ ਅਮਰਦਾਸ ਜੀ ਕਰਕੇ ਹੀ ਆਉਂਦਾ ਹੈ, ਗੁਰੂ ਰਾਮਦਾਸ ਜੀ ਦਾ ਨਾਮ ਰਾਮਦਾਸ ਜੀ ਕਰਕੇ ਹੀ ਆਉਂਦਾ ਹੈ, ਗੁਰੂ ਅਰਜਨ ਸਾਹਿਬ ਦਾ ਨਾਮ ਅਰਜੁਨ ਕਰਕੇ ਹੀ ਆਉਂਦਾ ਹੈ। ਪਰ ਭਾਈ ਲਹਿਣਾ ਜੀ ਦੇ ਗੁਰੂ ਅੰਗਦ ਸਾਹਿਬ ਦੇ ਦੋਵੇਂ ਨਾਮ ਆਉਂਦੇ ਨੇ। ਪ੍ਰਚਲਿਤ ਪਹਿਲਾ ਨਾਮ ਸੀ ਜਿਹੜਾ ਉਹ ਸੀ ਲਹਿਣਾ ਜੀ, ਪਰ ਗੁਰੂ ਨਾਨਕ ਨੇ ਉਹਨਾਂ ਨੂੰ ਕਿਹਾ ਵੀ ਤੂੰ ਤਾਂ ਮੇਰਾ ਅੰਗ ਬਣ ਗਿਆ, ਮੇਰਾ ਹੀ ਹਿੱਸਾ ਬਣ ਗਿਆ, ਤਾਂ ਉਹਨਾਂ ਦਾ ਨਾਮ ਹੋ ਗਿਆ ਅੰਗਦ। ਅੰਗਦ ਨਾਮ ਵੀ ਆਉਂਦਾ ਬਾਣੀ ਦੇ ਵਿੱਚ, ਲਹਿਣਾ ਨਾਮ ਵੀ ਆਉਂਦਾ ਹੈ। ਤਾਂ ਦੂਜੇ ਪਾਤਸ਼ਾਹ ਜੀ ਦਾ ਨਾਮ ਲਹਿਣਾ। ਭਾਈ ਲਹਿਣੇ ਦੇ ਸਿਰ ਤੇ ਗੁਰੂ ਨਾਨਕ ਸਾਹਿਬ ਨੇ ਉਹੀ ਛਤਰ ਝੁਲਾ ਦਿੱਤਾ ਜੋ ਰੱਬੀ ਛਤਰ ਗੁਰੂ ਨਾਨਕ ਸਾਹਿਬ ਦੇ ਸੀਸ ਤੇ ਝੁਲਦਾ ਸੀ। ਕਰ ਸਿਫਤੀ ਅੰਮ੍ਰਿਤ ਪੀਵੰਦਾ ਪੀਵੰਦਾ। ਇਹ ਦੁਲਾਵਾਂ ਨਾਲ ਇਹ ਸਾਰੀਆਂ ਪੰਕਤੀਆਂ ਸੰਪੂਰਨ ਹੋ ਰਹੀਆਂ ਨੇ। ਲਾਸਟ ਵਾਲੇ ਅੱਖਰ ਨੂੰ ਦੁਲਾਵਾਂ ਲੱਗੀਆਂ ਹੋਈਆਂ ਨੇ। ਪੀਵੰਦਾ ਪੀਂਦਾ ਹੈ। ਤੇ ਭਾਈ ਲਹਿਣਾ ਗੁਰੂ ਨਾਨਕ ਮਹਾਰਾਜ ਦੇ ਹਜ਼ੂਰ ਰੱਬ ਜੀ ਦੀਆਂ ਸਿਫਤਾਂ ਕਰਕੇ ਨਾਮ ਅੰਮ੍ਰਿਤ ਨੂੰ ਛਕਦੇ ਆ। ਜਿੱਥੇ ਗੁਰੂ ਨਾਨਕ ਸਾਹਿਬ ਪਹੁੰਚਾਉਣਾ ਚਾਹੁੰਦੇ ਆ ਉਹ ਅੰਮ੍ਰਿਤ ਨੂੰ ਛਕ ਰਹੇ ਨੇ, ਉਹ ਅਵਸਥਾ ਨੂੰ ਉਹ ਮਾਣ ਰਹੇ ਹਨ। ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪ੍ਰਾਕੋਏ ਜੀਦ ਹੈ। ਹੁਣ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਮਤ ਹੈ, ਮਤ ਗੁਰ ਆਤਮ ਦੇਵ ਦੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਆਤਮ ਦੇਵ, ਆਤਮਾ ਨੂੰ ਦੇਵ ਦਿਵਯ ਰੂਪ ਚਾਨਣ ਦੇਣ ਵਾਲੇ ਨੇ, ਅੰਦਰਲੇ ਚ ਪ੍ਰਕਾਸ਼ ਕਰਨ ਵਾਲੇ ਨੇ ਗੁਰੂ ਨਾਨਕ ਸਾਹਿਬ। ਉਹਨਾਂ ਦੀ ਜਿਹੜੀ ਮਤ ਗੁਰਮਤ ਹੈ ਉਹ ਮਤ ਭਾਈ ਲਹਿਣੇ ਦੇ ਅੰਦਰ ਆ ਚੁੱਕੀ ਹੈ। ਤੇ ਇਹਦੇ ਨਾਲ ਕੀ ਹੋਇਆ? ਖੜਗ ਜ਼ੋਰ ਪ੍ਰਾਕੋਏ ਜੀਦ ਹੈ। ਖੜਗ ਕਹਿੰਦੇ ਨੇ ਕਿਰਪਾਨ ਨੂੰ, ਖੜਗ ਕਿਰਪਾਨ ਦੇ ਸ਼ਬਦ ਵਰਤਿਆ ਜਾਂਦਾ ਹੈ। ਜ਼ੋਰ ਤਾਕਤ, ਪ੍ਰਾਕੋਏ ਪਰਾਕਰਮ ਦੇ ਨਾਲ, ਤਾਕਤ ਦੇ ਨਾਲ। ਪ੍ਰਾਕੋਏ ਤੇ ਜ਼ੋਰ ਦਾ ਲਗਭਗ ਇੱਕੋ ਹੀ ਅਰਥ ਹੈ। ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਜਿਹੜਾ ਪਹਿਲਾ ਜੀਵਨ ਸੀ ਉਹ ਜੀਵਨ ਨੂੰ ਕੱਢ ਕੇ ਆਪਣੇ ਨਾਮ ਦੀ, ਰੱਬੀ ਤਾਕਤ ਦੀ, ਆਪਣੀ ਮੱਤ ਦੀ ਖੜਗ ਦੇ ਨਾਲ ਇੱਕ ਨਵਾਂ ਜੀਵਨ ਪਾ ਦਿੱਤਾ। ਜਿਵੇਂ ਕੋਈ ਯੋਧਾ ਹੁੰਦਾ ਨਾ, ਉਹਦੇ ਕੋਲ ਖੜਗ ਹੈ, ਉਹਦੇ ਕੋਲ ਕਿਰਪਾਨ ਹੈ, ਉਹ ਆਪਣੇ ਖੜਗ ਤੇ ਕਿਰਪਾਨ ਨਾਲ ਦੂਸਰੇ ਨੂੰ ਜਿੱਤ ਲੈਂਦਾ ਹੈ। ਇਦਾਂ ਹੀ ਗੁਰੂ ਸਾਹਿਬ ਨੇ ਆਪਣੇ ਆਤਮ ਗਿਆਨ ਦੀ ਖੜਗ ਦੇ ਨਾਲ ਭਾਈ ਲਹਿਣਾ ਜੀ ਦੇ ਅੰਦਰਲੇ ਨੂੰ ਜਿੱਤ ਲਿਆ। ਉਹਨਾਂ ਦੇ ਭਾਈ ਲਹਿਣਾ ਜੀ ਦੇ ਅੰਦਰਲੇ ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਰੱਬੀ ਗਿਆਨ ਦੀ ਖੜਗ ਨਾਲ ਜਿੱਤ ਪ੍ਰਾਪਤ ਕਰ ਲਈ, ਭਾਵ ਉਹਨਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਗਿਆਨ ਵਰਤ ਲਿਆ। ਹੁਣ ਇੱਥੇ ਖੜਗ ਕਿਰਪਾਨ ਲਈ ਵਰਤਿਆ ਗਿਆ ਤੇ ਇਹ ਸ਼ਬਦ ਜੋ ਸਿੱਖ ਧਰਮ ਦੇ ਵਿੱਚ ਆਉਂਦਾ ਨਾ, ਮੀਰੀ ਤੇ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਗੁਰੂ ਸਾਹਿਬ ਨੇ ਧਾਰਨ ਕੀਤੀਆਂ। ਤੋ ਇਹ ਪੀਰੀ ਦੀ ਖੜਗ ਹੈ, ਪੀਰ ਗੁਰੂ ਨਾਨਕ ਸਾਹਿਬ ਦੀ ਖੜਗ ਹੈ। ਜਾਹਰ ਪੀਰ ਜਗਤ ਗੁਰ ਬਾਬਾ, ਗੁਰੂ ਸਾਡੇ ਪੀਰ ਨੇ, ਗੁਰੂ ਪੀਰ ਨੇ। ਉਹ ਗੁਰੂ ਨਾਨਕ ਪੀਰ ਦੇ ਕੋਲ ਇੱਕ ਤਲਵਾਰ ਹੈ, ਇੱਕ ਖੜਗ ਹੈ, ਉਹ ਆਤਮਿਕ ਬਲ ਦੀ ਹੈ, ਜਾਂ ਸ਼ਬਦ ਦੀ ਕਹਿ ਲਓ, ਆਤਮਿਕ ਬਲ ਦੀ ਕਹਿ ਲਓ। ਉਹ ਜਿਹੜੀ ਖੜਗ ਹੈ ਉਹ ਖੜਗ ਹੈ ਪੀਰੀ ਦੀ, ਜੋ ਪਹਿਲੇ 5 ਪਾਤਸ਼ਾਹੀਆਂ ਨੇ ਧਾਰਨ ਕੀਤੀ। ਤੇ 6ਵੇਂ ਪਾਤਸ਼ਾਹ ਨੇ ਜਾ ਕੇ ਜਦੋਂ ਦੇਖਿਆ ਵੀ ਇਹ ਤਾਂ ਗਿਆਨ ਤਾਂ ਦੇ ਰਹੇ ਆ ਪਰ ਜ਼ਾਲਮ ਬੰਦੇ ਸਾਹਮਣੇ ਹੀ ਰਹੇ, ਉਹ ਸਾਡੇ ਤੇ ਹਮਲਾਵਰ ਹੋ ਰਹੇ ਨੇ, ਤਾਂ 6ਵੇਂ ਪਾਤਸ਼ਾਹ ਨੇ ਇੱਕ ਪ੍ਰਤੱਖ ਕਿਰਪਾਨ ਧਾਰਨ ਕੀਤੀ ਤੇ ਜਿਹੜੀ ਸੀਗੀ ਲੋਹੇ ਦੀ ਬਣੀ ਹੋਈ, ਵਧੀਆ ਧਾਤੂ ਦੀ, ਜਿਹਦੇ ਨਾਲ ਲੜਿਆ ਜਾ ਸਕਦਾ ਸੀ, ਫਿਜ਼ੀਕਲੀ ਕਿਸੇ ਦਾ ਮੁਕਾਬਲਾ ਕੀਤਾ ਜਾ ਸਕਦਾ ਸੀ, ਉਹਨੂੰ ਕਿਹਾ ਮੀਰੀ ਦੀ ਕਿਰਪਾਨ। ਉਹ ਮੀਰੀ ਦੀ ਹੈ ਕਿਉਂਕਿ ਉਹਦੇ ਨਾਲ ਜਿੰਨੇ ਵੀ ਮੀਰ ਲੋਕ ਨੇ, ਰਾਜੇ ਲੋਕ ਨੇ, ਉਹ ਕਿਰਪਾਨਾਂ ਨਾਲ ਲੜਦੇ ਭਿੜਦੇ ਰਾਜ ਕਰ ਲੈਂਦੇ ਸਨ, ਜਿੱਤ ਲੈਂਦੇ ਸਨ। ਤੋ ਇਦਾਂ ਗੁਰੂ ਘਰ ਦੇ ਵਿੱਚ ਮੀਰੀ ਅਤੇ ਪੀਰੀ ਦੀਆਂ 2 ਕਿਰਪਾਨਾਂ ਦਾ ਸੰਕਲਪ ਹੈ ਤੇ ਹਰ ਇੱਕ ਸਿੱਖ ਨੇ ਉਹ ਧਾਰਨ ਕੀਤੀਆਂ ਹੋਈਆਂ ਨੇ। ਮੀਰੀ ਦੀ ਕਿਰਪਾਨ ਜੋ 5 ਕਕਾਰਾਂ ਦੇ ਵਿੱਚ ਆ ਗਈ, ਪੀਰੀ ਦੀ ਕਿਰਪਾਨ
ਗੁਰੂ ਦਾ ਨਿਤਨੇਮ ਹੈ, ਗੁਰੂ ਪੀਰ ਦਾ ਬਖਸ਼ਿਆ ਹੋਇਆ ਗਿਆਨ ਹੈ ਜੋ ਧਾਰਨ ਕਰਕੇ ਰੱਖਣਾ ਹੈ। ਤਾਂ ਗੁਰੂ ਨਾਨਕ ਨੇ ਆਪਣੇ ਇਸ ਪੀਰੀ ਦੀ ਖੜਗ ਦੇ ਨਾਲ, ਆਤਮਿਕ ਬਲ ਦੀ ਖੜਗ ਦੇ ਨਾਲ ਭਾਈ ਲਹਿਣੇ ਦੇ ਅੰਦਰਲੇ ਨੂੰ ਜਿੱਤ ਲਿਆ। ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਮਦ ਹੈ। ਇਤਿਹਾਸ ਦੇ ਵਿੱਚ ਇੱਕ ਅਚਰਜ ਕੌਤਕ ਹੋਇਆ। ਇਹਦੀ ਗਵਾਹੀ ਸਾਨੂੰ ਇੱਥੋਂ ਭਾਈ ਸੱਤਾ ਜੀ ਬਲਵੰਡ ਜੀ ਦੀ ਆਵਾਜ਼ ਤੋਂ ਮਿਲਦੀ ਹੈ। ਮੈਂ ਫੇਰ ਦੁਹਰਾ ਦਿਆਂ, ਇਹ ਗੁਰਬਾਣੀ ਸਿਧਾਂਤਕ ਵੀ ਹੈ ਤੇ ਇਤਿਹਾਸਕ ਦਸਤਾਵੇਜ਼ ਵੀ ਹੈ ਸਾਡੇ ਕੋਲੇ, ਹਿਸਟੋਰੀਕਲ ਐਵੀਡੈਂਸ ਵੀ ਹੈ ਆਪਣੇ ਕੋਲੇ। ਗੁਰ ਚੇਲੇ ਰਹਿਰਾਸ ਕੀ, ਰਹਿਰਾਸ ਨੂੰ ਆਪਾਂ ਰਾਹ ਰਾਸ ਵੀ ਪੜ੍ਹ ਸਕਦੇ ਹਾਂ। ਗੁਰੂ ਨੇ ਚੇਲੇ ਨੂੰ ਨਮਸਕਾਰ ਕੀਤੀ। ਰਾਹ ਰਾਸ ਦੇ ਦੋ ਅਰਥ ਹੋਣਗੇ, ਧਿਆਨ ਦੇਣਾ। ਇੱਕ ਅਰਥ ਆਏਗਾ ਰਾਹ ਦੀ ਪੂੰਜੀ। ਰਾਹ ਦਾ ਅਰਥ ਹੁੰਦਾ ਰਾਹ, ਰਸਤਾ, ਵੇ। ਰਾਸ ਹੁੰਦਾ ਰਾਸ਼ੀ, ਪੂੰਜੀ, ਰਸਤੇ ਦੀ ਪੂੰਜੀ। ਹਰ ਕੀਰਤ ਹਮਰੀ ਰਹਿਰਾਸ, ਜੋ ਆਪਾਂ ਰਹਿਰਾਸ ਵਿੱਚ ਪਾਠ ਕਰਦੇ ਹਾਂ। ਇੱਕ ਹੁੰਦਾ ਰਾਹ ਰਾਸ ਦਾ ਅਰਥ ਹੁੰਦਾ ਨਮਸਕਾਰ ਕਰਨੇ। ਨਮਸਕਾਰ ਸ਼ਬਦ ਵੀ ਉਹਦਾ ਦੂਸਰਾ ਅਰਥ ਰਾਹ ਰਾਸ ਵੀ ਹੈ। ਤਾਂ ਗੁਰੂ ਸਾਹਿਬ ਜੀ ਜਦੋਂ ਸਿੱਧਾਂ ਦੇ ਕੋਲ ਗਏ ਤਾਂ ਸਿੱਧਾਂ ਨੂੰ ਗੁਰੂ ਨਾਨਕ ਸਾਹਿਬ ਨੇ ਜਦੋਂ ਬਚਨ ਕਹੇ, ਸਿੱਧ ਗੋਸ਼ਟ ਬਾਣੀ ਦੇ ਵਿੱਚ ਆਰੰਭ 'ਚ ਹੀ ਇਹ ਬਚਨ ਆ ਜਾਂਦਾ ਹੈ, ਤਿਸ ਆਗੇ ਰਹਿਰਾਸ ਮਾਰੀ ਸਾਚਾ ਅਪਰ ਅਪਾਰੋ। ਸਿੱਧ ਸਭਾ ਕਰ ਬੈਸਨ ਆਸਨ ਬੈਠੇ, ਵੀ ਸਿੱਧ ਆਸਨ ਕਰਕੇ ਬੈਠੇ ਸੀ। ਗੁਰੂ ਸਾਹਿਬ ਕਹਿੰਦੇ ਵੀ ਹੇ ਸਿੱਧ ਜਣੋ, ਜੇ ਤੁਸੀਂ ਰੱਬ ਦੀ ਵਡਿਆਈ ਕਰ ਰਹੇ ਹੋ ਤਾਂ ਮੇਰੀ ਤੁਹਾਨੂੰ ਨਮਸਕਾਰ ਹੈ। ਤਿਸ ਆਗੇ ਰਹਿਰਾਸ ਮਾਰੀ। ਸਾਡੀ ਕਿਉਂ ਅਸੀਂ ਰੱਬ ਨੂੰ ਨਿਰੰਕਾਰ ਨੂੰ ਨਮਸਕਾਰ ਕਰਦੇ ਹਾਂ। ਤੋ ਇਦਾਂ ਰਾਹ ਰਾਸ ਸ਼ਬਦ ਦੇ ਅਰਥ ਨੇ ਨਮਸਕਾਰ ਕਰਨੇ ਵੀ ਇਹਦਾ ਅਰਥ ਹੈ। ਗੁਰ ਚੇਲੇ ਰਹਿਰਾਸ ਕੀ, ਗੁਰੂ ਭਾਵ ਗੁਰੂ ਨਾਨਕ ਦੇਵ ਜੀ ਨੇ ਆਪਣੇ ਚੇਲੇ ਭਾਵ ਭਾਈ ਲਹਿਣਾ ਜੀ ਨੂੰ ਨਮਸਕਾਰ ਕੀਤੀ। ਕਮਾਲ ਦਾ ਬਚਨ। ਨਾਨਕ ਸਲਾਮਤ ਥੀਮਦੈ। ਨਾਨਕ ਨੰਨੇ ਨੂੰ ਕੰਨਾ, ਨੰਨਾ ਕੱਕੇ ਨੂੰ ਸਿਹਾਰੀ। ਨਾਨਕ ਭਾਵ ਗੁਰੂ ਨਾਨਕ ਦੇਵ ਜੀ ਨੇ ਸਲਾਮਤ ਥੀਮਦੈ, ਸਲਾਮਤ ਹੁੰਦੇ ਹੋਏ, ਭਾਵ ਆਪਣੇ ਫਿਜ਼ੀਕਲੀ ਆਪਣੇ ਸਰੀਰ 'ਚ ਰਹਿੰਦੇ ਹੋਏ ਨਮਸਕਾਰ ਕਰ ਦਿੱਤੀ, ਭਾਵ ਗੁਰਤਾ ਗੱਦੀ ਦੇ ਦਿੱਤੀ। ਸਲਾਮਤ ਥੀਮਦੇ ਤਾਂ ਮਤਲਬ ਹੋ ਗਿਆ ਸਰੀਰ ਦੇ ਵਿੱਚ ਹੁੰਦੇ ਹੋਏ। ਇਦਾਂ ਨਹੀਂ ਕਿ ਗੁਰੂ ਨਾਨਕ ਸਾਹਿਬ ਜੋਤੀ ਜੋ ਸਮਾ ਗਏ ਸੀ, ਚਲ ਬਾਅਦ 'ਚ ਗੱਦੀ ਦਾ ਝਗੜਾ ਪਿਆ, ਜਿਹਨੇ ਕਬਜ਼ਾ ਕਰ ਲਿਆ ਕਰ ਲਿਆ, ਇਹ ਨਹੀਂ ਹੈ। ਇਹ ਇਤਿਹਾਸਕ ਦਸਤਾਵੇਜ਼, ਇਹ ਗੁਰਬਾਣੀ ਦੀਆਂ ਪੰਕਤੀਆਂ ਸਾਨੂੰ ਦੱਸਦੀਆਂ ਗੁਰੂ ਨਾਨਕ ਸਾਹਿਬ ਨੇ ਆਪ ਆਪਣੀ ਮਰਜ਼ੀ ਨਾਲ ਆਪਣੇ ਸਰੀਰ ਦੇ ਵਿੱਚ ਵਰਤਦੇ ਹੋਏ ਭਾਈ ਲਹਿਣੇ ਨੂੰ ਗੁਰੂ ਅੰਗਦ ਸਾਹਿਬ ਦੇ ਰੂਪ 'ਚ ਗੁਰਤਾ ਗੱਦੀ ਦਿੱਤੀ। ਤੇ ਇਸ ਪਹਿਲੀ ਪੌੜੀ ਦੀ ਅਖੀਰਲੀ ਪੰਕਤੀ ਹੈ, ਸਹਿ ਟਿਕਾ ਦਿੱਤੋ ਸਜੀਵਦੈ। ਸਹਿ ਦਾ ਅਰਥ ਹੈ ਸਹਿ ਮਾਲਕ। ਇਹਦਾ ਉਚਾਰਨ ਵੈਸੇ ਸ਼ੁੱਧ ਉਚਾਰਨ ਹੈ ਸ਼ਾਹ। ਸ਼ਾਹ ਗੁਰੂ ਨਾਨਕ ਦੇਵ ਜੀ ਨੇ, ਮਾਲਕ ਗੁਰੂ ਨਾਨਕ ਦੇਵ ਜੀ ਨੇ, ਪਰ ਪ੍ਰਚਲਿਤ ਉਚਾਰਨ ਜਿਹੜਾ ਹੈ ਉਹ ਸਹਿ ਹੀ ਕੀਤਾ ਜਾਂਦਾ ਹੈ। ਟਿਕਾ ਦਿੱਤੋ ਸਜੀਵਦੈ, ਟਿਕਾ ਦਿੱਤੋ। ਇੱਥੇ ਅਰਥ ਦਾ ਭੇਦ ਹੈ, ਧਿਆਨ ਦੇਣਾ ਇਸ ਗੱਲ ਤੇ। ਇੱਕ ਤਾਂ ਹੁੰਦਾ ਟਿੱਕਾ ਦਿੱਤੋ, ਟਿੱਕਾ ਲਾਉਣਾ ਕਿਸੇ ਦੇ ਮੱਥੇ ਤੇ, ਕਿਸੇ ਨੂੰ ਗੱਦੀ ਤੇ ਬਿਠਾ ਕੇ ਟਿੱਕਾ ਲਾ ਦੇਣਾ, ਮੁਖੀ ਬਣਾ ਦੇਣਾ। ਇੱਕ ਤਾਂ ਇਹ ਅਰਥ ਹੈ, ਪਰ ਦੂਜਾ ਅਰਥ ਹੈ ਟਿਕਾ ਦੇਣਾ। ਟਿਕਾ ਦਿੱਤਾ, ਬਿਠਾ ਦਿੱਤਾ, ਕਿਸੇ ਨੂੰ ਕਿਤੇ ਟਿਕਾ ਦੇਣਾ, ਬਿਠਾ ਦੇਣਾ। ਆ ਜਾ। ਇੱਕ ਤਾਂ ਹੁੰਦਾ ਆਪਣੀ ਮਰਜ਼ੀ ਨਾਲ ਜਾ ਕੇ ਕੋਈ ਬੈਠੇ, ਇੱਕ ਹੁੰਦਾ ਕਿਸੇ ਨੂੰ ਲਿਜਾ ਕੇ ਬਿਠਾ ਦੇਣਾ। ਜਦੋਂ ਕਿਸੇ ਨੂੰ ਲਿਜਾ ਕੇ ਬਿਠਾਈਏ ਕਹਿ ਜਾਂਦਾ ਵੀ ਉਹਨੂੰ ਟਿਕਾ ਦਿੱਤਾ। ਟਿਕਾ ਦਿੱਤੋ ਸਜੀਵਦੈ। ਗੁਰੂ ਨਾਨਕ ਦੇਵ ਜੀ ਨੇ ਸਰੀਰਕ ਤੌਰ ਤੇ ਜੀਵਦੇ ਹੋਏ, ਫਿਜ਼ੀਕਲੀ ਰੂਪ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਵਰਤਦੇ ਹੋਏ ਹੀ ਭਾਈ ਲਹਿਣਾ ਜੀ ਨੂੰ ਟਿਕਾ ਦਿੱਤਾ, ਆਪਣੀ ਗੱਦੀ ਦੇ ਉੱਪਰ ਬਿਠਾ ਦਿੱਤਾ, ਆਪਣੀ ਤਖਤ ਦੇ ਉੱਪਰ ਵਿਰਾਜਮਾਨ ਕਰ ਦਿੱਤਾ। ਤੋ ਇੱਥੇ ਆ ਕੇ ਇਹ ਪਹਿਲੀ ਪੌੜੀ ਸੰਪੂਰਨ ਹੁੰਦੀ ਹੈ, ਜਿਸ ਦੇ ਵਿੱਚ ਭਾਈ ਬਲਵੰਡ ਜੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿਫਤਾਂ ਦੇ ਪੁਲ ਵੀ ਬੰਨੇ ਤੇ ਇਹ ਦੱਸਿਆ ਵੀ ਗੁਰੂ ਦੀ ਤਾਂ ਐਡੀ ਸਿਫਤ ਹੈ ਵੀ ਸਾਡੇ ਕੋਲੋਂ ਸ਼ਬਦ ਹੀ ਨਹੀਂ ਵੀ ਅਸੀਂ ਸਿਫਤ ਕਰ ਸਕਦੇ ਹੋਈਏ। ਭਾਵ ਗੁਰੂ ਨਾਨਕ ਦੇਵ ਜੀ ਦੇ ਰੱਬੀ ਜ਼ਾਹੋ ਜਲਾਲ ਦੇ ਦਰਸ਼ਨ ਆਪਣੇ ਸ਼ਬਦਾਂ ਵਿੱਚ ਦੀ ਕਰਾਏ। ਦੂਜਾ ਫਿਰ ਗੁਰਤਾ ਗੱਦੀ ਅੱਗੇ ਕਿਵੇਂ ਗਈ ਹੈ, ਕਿਵੇਂ ਪ੍ਰਾਪਤ ਹੋਈ ਹੈ, ਇਹ ਚੀਜ਼ ਦੇ ਦਰਸ਼ਨ ਵੀ ਆਪ ਜੀ ਨੇ ਬੜੀ ਨੇੜੇ ਹੋ ਕੇ ਆਪਾਂ ਨੂੰ ਕਰਵਾਏ ਹਨ। ਤੋ ਅੱਜ ਦੀ ਵਿਚਾਰ ਕਰਦੇ ਹਾਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਰਾਏ ਬਲਵੰਡ ਤਥਾ ਸੱਤੇ ਡੋਮ ਦੀ ਆਖੀ ਹੋਈ ਰਾਮ ਕਲੀ ਕੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 966 ਉੱਪਰ ਦਰਜ ਹੈ। ਪਹਿਲੀ ਪੌੜੀ ਦੀ ਵਿਚਾਰ ਅਤੇ ਉਥਾਨਕਾਂ ਦੀ ਵਿਚਾਰ ਅੱਜ ਆਪਾਂ ਕੀਤੀ ਹੈ। ਗੁਰੂ ਨੇ ਕਿਰਪਾ ਕੀਤੀ, ਆਉਂਦੀ ਵਿਚਾਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਂਝੀ ਕਰਾਂਗੇ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰੀਏ ਜੀ। ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਮਦੈ। ਸਹਿ ਟਿਕਾ ਦਿੱਤੋ ਸਜੀਵਦੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਕੋਵਿਡ-19 ਕਰਕੇ ਜੋ ਕੋਈ ਪ੍ਰਭਾਵਿਤ ਪਰਿਵਾਰ ਹਨ, ਆਪ ਜੀ ਗੁਰੂ ਘਰ ਤੋਂ ਗਰੋਸਰੀ ਦੀ ਸੇਵਾ ਪ੍ਰਾਪਤ ਕਰ ਸਕਦੇ ਹੋ ਤੇ ਇਸ ਦੇ ਲਈ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ ਜਾਂ ਅਹੁਦੇਦਾਰ ਸਾਹਿਬਾਨ ਜੀ ਦੇ ਨਾਲ ਆਪ ਜੀ ਸੰਪਰਕ ਕਰ ਸਕਦੇ ਹੋ। ਦੂਸਰੀ ਬੇਨਤੀ ਹੈ, ਰੋਜ਼ਾਨਾ ਹੀ ਗੁਰਦੁਆਰਾ ਸਾਹਿਬ ਵਿਖੇ 4:30 ਤੋਂ 6:30 ਵਜੇ ਤੱਕ ਗੁਰੂ ਕੇ ਲੰਗਰ ਨਿਸ਼ਾਨ ਸਾਹਿਬ ਵਾਲੇ ਪਾਸੇ ਜਿਹੜਾ ਗੇਟ ਹੈ ਉੱਥੇ ਵਰਤਾਏ ਜਾਂਦੇ ਆ। 4:30 ਤੋਂ 6:30 ਵਜੇ ਤੱਕ ਆਪ ਸੰਗਤਾਂ ਆ ਕੇ ਉੱਥੋਂ ਲੰਗਰ ਵੀ ਪ੍ਰਾਪਤ ਕਰ ਸਕਦੇ। ਲੋੜਵੰਦ ਪਰਿਵਾਰ, ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ, ਆਪ ਜੀ ਉੱਥੋਂ ਬਣਿਆ ਹੋਇਆ ਲੰਗਰ, ਚੌਲ, ਦਾਲ ਅਤੇ ਪ੍ਰਸ਼ਾਦੇ, ਈਵਨ ਕਿ ਜੇ ਮਾਸਕ ਦੀ ਲੋੜ ਹੈ ਫੇਸ ਮਾਸਕ ਵੀ ਦਿੱਤੇ ਜਾਂਦੇ ਹਨ, ਆਪ ਸੰਗਤਾਂ ਉੱਥੋਂ ਲੈ ਸਕਦੇ ਹੋ। ਹੁਣ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਹੋਣਗੇ, ਇਸੇ ਤਰ੍ਹਾਂ ਜੁੜੇ ਰਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।